ਵੇਖੋ ਜਦੋਂ ਇੰਦਰਾ ਗਾਂਧੀ ਨੂੰ ਜਦੋਂ ਮਾਰਿਆ ਗਿਆ ਵਾ ਤੇ ਉਦੋਂ ਜਿਹੜਾ ਪੰਜਾਬ ਤੋਂ ਬਾਹਰੋਂ ਜਿਹੜੇ ਕਾਫੀ ਸਿੱਖ ਕਿਉਂਕਿ ਇੰਨਾ ਜ਼ਿਆਦਾ ਕਤਲੋਗਾਰਤ ਹੋਈ ਤੇ ਜਿਹੜੇ ਜੈਨੋਸਾਈਡ ਸੀ ਉਹਦੇ ਕਰਕੇ ਬਹੁਤ ਪਰਿਵਾਰ ਪੰਜਾਬ 'ਚ ਆਏ ਸੀ। ਉਹਦੇ 'ਚੋਂ ਇੱਕ ਪਰਿਵਾਰ ਸਾਡਾ ਵੀ ਸੀ। ਜਿਹੜੀਆਂ ਕੋਈ ਬੰਬ ਬਲਾਸਟ ਜਾਂ ਹੋਰ ਵਾਰਦਾਤਾਂ ਹੋਈਆਂ ਤੇ ਉਹਦੇ ਵਿੱਚ ਇਹ ਸ਼ੱਕ ਕਰਦੇ ਸੀ ਗੌਰਮੈਂਟ ਏਜੰਸੀਆਂ ਤੇ ਜਿਹੜੀਆਂ ਲਾਅ ਇਨਫੋਰਸਿੰਗ ਏਜੰਸੀਆਂ ਵੀ ਜਿਹੜੇ ਪਰਿਵਾਰ ਬਾਹਰੋਂ ਆਏ ਆ 84 'ਚ ਇਹਨਾਂ ਦੇ ਮਨ 'ਚ ਰੋਸ ਹੈ, ਇਹਨਾਂ ਦੇ ਬੱਚੇ ਇਹਨਾਂ 'ਚ ਇਨਵੋਲਵ ਹੋ ਸਕਦੇ, ਇਹਨਾਂ ਕੋਲ ਕੋਈ ਕਲੂ ਨਹੀਂ ਸੀ। ਜਿਹੜੇ ਆਏ ਸੀ ਉਹਨਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਡਿਟੇਨ ਕਰਨਾ ਸ਼ੁਰੂ ਕੀਤਾ ਤੇ ਉਹ ਮੈਨੂੰ ਵੀ ਇਹਨਾਂ ਨੇ ਜਿਹੜਾ ਚੱਕ ਲਿਆ। ਉਹਦੇ 'ਚ ਬਾਅਦ 'ਚ ਚੱਕ ਕੇ ਤੇ ਇਹਨਾਂ ਨੇ 27 ਜਨਵਰੀ ਨੂੰ ਇਹਨਾਂ ਨੇ ਚੱਕਿਆ। ਉਸ ਤੋਂ ਬਾਅਦ 'ਚ 10 ਫਰਵਰੀ ਨੂੰ ਇੱਕ ਕੇਸ ਪਾ ਦਿੱਤਾ ਵੀ ਮੈਂ ਇੱਕ ਟੈਰਰਿਸਟ ਐਕਟੀਵਿਟੀ 'ਚ ਇਨਵੋਲਵ ਹੈ। 1998 ਦੀ 15 ਜੁਲਾਈ ਨੂੰ ਮੈਨੂੰ ਵੀ ਘਰੋਂ ਚੁੱਕ ਲਿਆ ਰਾਤ ਨੂੰ 11:30 ਵਜੇ ਚੁੱਕ ਕੇ ਤੇ ਬਾਅਦ 'ਚ ਇਹਨਾਂ ਨੇ ਮੈਨੂੰ ਇਲੀਗਲ ਡਿਟੈਂਸ਼ਨ 'ਚ ਰੱਖਿਆ। 23 ਜੁਲਾਈ ਨੂੰ ਮੇਰੀ ਅਰੈਸਟ ਪਾਈ, ਫਿਰ ਜੇਲ੍ਹ 'ਚ ਛੱਡਤਾ। ਫਿਰ ਉਹਦੇ 'ਚ 1 ਮਹੀਨੇ ਬਾਅਦ ਜ਼ਮਾਨਤ ਜਿਹੜੀ ਹੋਈ ਹੈ, ਮੈਂ 1 ਮਹੀਨਾ ਜੇਲ੍ਹ 'ਚ ਰਿਹਾ। ਕਮਿਸ਼ਨ ਜਿਹੜਾ ਪੰਜਾਬ 'ਚ ਜਿਹੜੀ ਅਕਾਲੀ ਗੌਰਮੈਂਟ ਆਈ 1997 'ਚ ਇਹਨਾਂ ਨੇ ਬਣਾਇਆ ਸੀ, ਕਿਉਂਕਿ ਇਹਨਾਂ ਦਾ 97 'ਚ ਅਕਾਲੀਆਂ ਦਾ ਪ੍ਰੋਮਿਸ ਸੀ ਇਲੈਕਸ਼ਨ ਵੇਲੇ ਵੀ ਅਸੀਂ ਜਦੋਂ ਪੰਜਾਬ 'ਚ ਸਾਡਾ ਰਾਜ ਜੇ ਆਊਗਾ ਤੇ ਅਸੀਂ ਜਿਹੜੀਆਂ ਜਿੰਨੀਆਂ ਜਾਤੀਆਂ ਪੁਲਿਸ ਨੇ ਕੀਤੀਆਂ ਉਹਦੀਆਂ ਇਨਕੁਆਇਰੀਆਂ ਕਰਾਵਾਂਗੇ। ਪਰ ਤੁਹਾਨੂੰ ਹੈਰਾਨੀ ਹੋਊਗੀ ਵੀ ਉਹ ਕਮਿਸ਼ਨ ਦੀ ਰਿਕਮੈਂਡੇਸ਼ਨ 'ਤੇ ਵੀ ਅਕਾਲੀ ਗੌਰਮੈਂਟ ਨੇ ਉਹਨੂੰ ਮੰਨਣ ਤੋਂ ਇਨਕਾਰੀ ਕਰਤਾ ਵੀ ਅਸੀਂ ਤੁਹਾਡੀ ਜਿਹੜੀ ਤੁਸੀਂ ਜੋ ਸਿਫਾਰਿਸ਼ ਕਰਦੇ ਜੇ ਅਸੀਂ ਨਹੀਂ ਉਹਨੂੰ ਮੰਨਦੇ। ਉਹਨਾਂ ਦੇ ਕਹਿਣ ਦੇ ਬਾਵਜੂਦ ਸਾਡਾ ਕੇਸ ਕੈਂਸਲ ਨਹੀਂ ਕੀਤਾ ਤੇ ਇਹਨਾਂ ਨੇ ਫਿਰ ਜਿਹੜਾ ਇੱਕ ਆਪਾਂ ਬੈਡ ਕਰੈਕਟਰ 10 ਨੰਬਰੀਆ ਕਹਿੰਦੇ ਆ ਵੀ ਇਹਨਾਂ ਪੰਜਾਬ ਪੁਲਿਸ ਨੇ ਮੈਨੂੰ ਦਿੱਤਾ ਹੈ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇੰਨੀ ਕੁਆਲੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਮੈਨੂੰ 10 ਨੰਬਰੀਆ ਬਣਾਇਆ। ਮੇਰੀ ਥਾਣੇ 'ਚ ਫੋਟੋ ਲਾਈ ਤੇ ਜਿੱਥੇ ਚੋਰਾਂ ਦੀਆਂ ਫੋਟੋਆਂ ਉੱਥੇ ਮੇਰੀ ਫੋਟੋ ਲਾਈ ਸਾਰੇ ਥਾਣਿਆਂ 'ਚ। ਮਤਲਬ ਉਹ ਜਨਵਰੀ ਦਾ ਮਹੀਨਾ ਸੀ ਤੇ ਬਿਲਕੁਲ ਮਤਲਬ ਇੰਨੀ ਜ਼ਿਆਦਾ ਠੰਡ ਸੀ ਉਦੋਂ ਤੇ ਸਰੀਰ 'ਤੇ ਇਹਨਾਂ ਨੇ ਕਿੰਨੇ ਦਿਨ ਜਿਹੜਾ ਕੋਈ ਕੱਪੜਾ ਨਹੀਂ ਪਾਉਣ ਦਿੱਤਾ ਤੇ ਇੰਨਾ ਜ਼ਿਆਦਾ ਇੰਟਰੋਗੇਟ ਕੀਤਾ ਸੀ। ਕਰੰਟ ਲਾਏ, ਰੋਲਰ ਫੇਰੇ, ਪੁੱਠੇ ਬਾਹਾਂ ਪਿੱਛੇ ਬੰਨ੍ਹ ਕੇ ਉੱਪਰ ਟੰਗਦੇ ਆ। ਉਹ ਮਤਲਬ 3rd ਡਿਗਰੀ ਜੋ ਕਰ ਸਕਦੇ। ਮਤਲਬ ਉਦੋਂ ਤੁਹਾਨੂੰ ਇਹ ਨਹੀਂ ਲੱਗਦਾ ਹੁੰਦਾ ਵੀ ਤੁਸੀਂ ਬਚ ਜਾਓਗੇ। ਉਹ ਟਾਈਮ 'ਤੇ ਜਦੋਂ ਆਪਾਂ ਜ਼ਾਲਮ ਪੂਰੇ ਸਭ ਤੋਂ ਜ਼ਿਆਦਾ ਜ਼ਾਲਮ ਆਪਾਂ ਜਿਹੜਾ ਉਹ ਰਾਜ ਜਿਹੜਾ ਔਰੰਗਜ਼ੇਬ ਦਾ ਤੇ ਉਹਨਾਂ ਨੂੰ ਗਿਣਦੇ ਆ, ਉਦੋਂ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਈਆਂ ਵੀ ਹਾਂ ਜੇ ਉਹਨਾਂ ਨੇ ਮਾਰੇ ਵੀ ਆ ਤੇ ਮਾਵਾਂ ਦੀਆਂ ਝੋਲੀਆਂ 'ਚ ਪਾ ਦਿੱਤੇ ਆ। ਤੇ ਇਹ ਉਹਨਾਂ ਤੋਂ ਵੱਡੇ ਦੁਸ਼ਟ ਹੋ ਗਏ ਵੀ ਜਿਨ੍ਹਾਂ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਅੱਜ ਵੀ ਮਾਵਾਂ ਡਿੱਕਣ ਦੀਆਂ ਵੀ ਉਹਨਾਂ ਦੇ ਬੱਚੇ ਕਿੱਥੇ ਆ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ। ਮੈਂ ਹਾਂ ਸੁਖਵਿੰਦਰ ਸਿੰਘ। 1984 ਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਬਿਹਾਰ ਤੋਂ ਪੰਜਾਬ ਆਉਂਦਾ ਹੈ ਤਾਂ ਉਸ ਪਰਿਵਾਰ ਦੇ ਇੱਕ ਨੌਜਵਾਨ ਨੂੰ ਪੁਲਿਸ ਖਾਲਿਸਤਾਨੀਆਂ ਦੇ ਨਾਲ ਜੋੜ ਕੇ ਜੇਲ੍ਹ ਦੇ ਵਿੱਚ ਡੱਕ ਦਿੰਦੀ ਹੈ। ਉਸ ਦਾ ਨਾ ਤਾਂ ਕੋਈ ਕਸੂਰ ਸੀ ਤੇ ਨਾ ਹੀ ਉਸਨੇ ਕੋਈ ਗੁਨਾਹ ਕੀਤਾ ਸੀ। ਇਹ ਗੱਲਾਂ ਬਾਅਦ ਵਿੱਚ ਇਨਕੁਆਇਰੀ ਦੇ ਵਿੱਚ ਸਾਹਮਣੇ ਆਈਆਂ, ਕੇਸ ਚੱਲੇ ਔਰ ਕੇਸਾਂ ਦੇ ਵਿੱਚ ਵੱਡੇ ਫੈਸਲੇ ਆਏ। ਹੁਣ ਤਾਜ਼ਾ ਫੈਸਲਾ ਇਸ ਮਾਮਲੇ ਦੇ ਵਿੱਚ ਇਹ ਹੈ ਵੀ ਜਿਹੜੇ ਪੁਲਿਸ ਅਫਸਰਾਂ ਦੇ ਵੱਲੋਂ ਜਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਨੌਜਵਾਨ ਦੇ ਉੱਤੇ ਕੇਸ ਕੀਤਾ ਗਿਆ ਸੀ, ਉਸ ਨੂੰ ਝੂਠਾ ਕੇਸ ਦੇ ਵਿੱਚ ਫਸਾਇਆ ਗਿਆ ਸੀਗਾ, ਉਹ ਹੁਣ ਬਤੌਰ ਹਰਜਾਨੇ ਦੇ ਉਸ ਨੌਜਵਾਨ ਨੂੰ 15 ਲੱਖ ਰੁਪਏ ਦੇ ਲਗਭਗ ਰਾਸ਼ੀ ਦੇਣਗੇ ਤੇ ਉਹ ਰਾਸ਼ੀ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਆਪਣੇ ਖਾਤਿਆਂ ਦੇ ਵਿੱਚੋਂ ਕੱਟੀ ਜਾਵੇਗੀ, ਉਹਨਾਂ ਦੀਆਂ ਤਨਖਾਹਾਂ ਦੇ ਵਿੱਚੋਂ ਕੱਟ ਕੇ ਦਿੱਤੀ ਜਾਵੇਗੀ। ਉਹ ਨੌਜਵਾਨ ਅੱਜ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਿਹਾ ਹੈ। ਐਡਵੋਕੇਟ ਹੈ, ਆਪਣੀ ਇਸ ਇਨਸਾਫ ਦੀ ਜੰਗ ਨੂੰ ਖੁਦ ਲੜਿਆ ਹੈ। ਸਾਡੇ ਨਾਲ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਜੀ ਮੌਜੂਦ ਨੇ। ਵੇਰਕਾ ਸਾਹਿਬ, ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਔਰ ਸਵਾਗਤ ਹੈ ਹਮਦਰਦ ਟੀਵੀ ਤੇ। ਥੈਂਕ ਯੂ ਜੀ, ਵੈਲਕਮ ਜੀ। ਵੇਰਕਾ ਸਾਹਿਬ, ਜਿਵੇਂ ਮੈਂ ਕਿਹਾ ਵੀ ਪੰਜਾਬ ਆਏ ਸੀਗੇ ਵੀ ਇੱਥੇ ਆ ਕੇ ਆਪਣੇ ਗੁਰੂਆਂ ਦੀ ਧਰਤੀ ਦੇ ਉੱਤੇ ਰਹਿਣਾ ਹੈ, ਪਰਿਵਾਰ ਦੇ ਨਾਲ ਵਸਣਾ ਹੈ, ਪਰ ਇੱਥੇ ਆ ਕੇ ਇੱਕ ਅਜਿਹੇ ਕੇਸ ਦੇ ਵਿੱਚ ਫਸਾ ਦਿੱਤਾ ਗਿਆ, ਖਾਲਿਸਤਾਨੀ ਜਿਹੜਾ ਉਹ ਤੁਹਾਡੇ ਨਾਂ ਦੇ ਨਾਲ ਜੋੜ ਦਿੱਤਾ ਗਿਆ। ਕੀ ਕਹਾਣੀ ਸੀ ਉਹ ਪੂਰੀ? ਵੇਖੋ ਜਦੋਂ ਇੰਦਰਾ ਗਾਂਧੀ ਨੂੰ ਜਦੋਂ ਮਾਰਿਆ ਗਿਆ ਵਾ ਤੇ ਉਦੋਂ ਜਿਹੜਾ ਪੰਜਾਬ ਤੋਂ ਬਾਹਰੋਂ ਜਿਹੜੇ ਕਾਫੀ ਸਿੱਖ ਕਿਉਂਕਿ ਇੰਨਾ ਜ਼ਿਆਦਾ ਕਤਲੋਗਾਰਤ ਹੋਈ ਤੇ ਜਿਹੜੇ ਜੈਨੋਸਾਈਡ ਸੀ ਉਹਦੇ ਕਰਕੇ ਬਹੁਤ ਪਰਿਵਾਰ ਪੰਜਾਬ 'ਚ ਆਏ ਸੀ। ਉਹਦੇ 'ਚੋਂ ਇੱਕ ਪਰਿਵਾਰ ਸਾਡਾ ਵੀ ਸੀ। ਅਸੀਂ ਜਿਹੜਾ ਬਿਹਾਰ ਦਾ ਕਿਰੂਬੁਰੂ ਡਿਸਟ੍ਰਿਕਟ ਆ ਉੱਥੋਂ ਜਿਹੜਾ ਸਾਡਾ ਪਰਿਵਾਰ ਜਿਹੜਾ ਵਾ ਉਹ ਇੱਥੇ ਆਏ ਹਾਂ। ਅਸੀਂ ਅੰਮ੍ਰਿਤਸਰ 'ਚ ਆ ਗਏ, ਸਾਡੇ ਨਾਨਕੇ ਪਿੰਡ ਹੈ ਵੇਰਕਾ, ਉੱਥੇ ਅਸੀਂ ਆ ਕੇ ਰਹਿਣ ਲੱਗੇ ਤੇ ਉਦੋਂ ਗੌਰਮੈਂਟ ਨੇ ਇੱਕ ਕਾਰਡ, ਰੈੱਡ ਕਾਰਡ ਜਿਹੜਾ ਵਾ 84 ਦੇ ਜਿਹੜੇ ਜਿੰਨੇ ਵੀ 84 'ਚ ਦੰਗਾ ਪੀੜਤ ਕਹਿੰਦੇ ਆ ਉਹ ਕਾਰਡ ਹੀ ਦੰਗਾ ਪੀੜਤਾਂ ਦੇ ਵਸੇਬੇ ਦਾ ਕਾਰਡ। ਅਤੇ ਉਹਦੇ ਵਿੱਚ ਇੱਕ ਕਾਰਡ ਜਾਰੀ ਕੀਤਾ ਸੀ ਰੈੱਡ ਕਾਰਡ, ਅਤੇ ਇੱਕ ਨੋਟੀਫਿਕੇਸ਼ਨ ਸੀ ਗੌਰਮੈਂਟ ਵੱਲੋਂ ਵੀ ਜਿਹੜੇ ਵੀ ਲੋਕ 84 'ਚ ਆਏ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਇੱਕ ਤਾਂ ਉਹਨਾਂ ਨੂੰ ਪਲਾਟ ਜਿਹੜਾ ਵਾ ਉਹ ਸਸਤੇ ਰੇਟਾਂ 'ਤੇ ਪਲਾਟ ਜਿਹੜੇ ਉਹ ਦਿੱਤੇ ਜਾਣਗੇ, ਘਰ ਬਣਾਉਣ ਲਈ ਲੋਨ ਦਿੱਤੇ ਜਾਣਗੇ। ਫਿਰ ਜਿਹੜੇ ਬੱਚੇ ਪੜ੍ਹਦੇ ਉਹਨਾਂ ਦੀਆਂ ਸਾਰੀਆਂ ਫੀਸਾਂ ਮਾਫ, ਉਹਨਾਂ ਨੂੰ ਸੀਟਾਂ 'ਚ ਰਿਜ਼ਰਵੇਸ਼ਨ ਅਤੇ ਫਿਰ ਨੌਕਰੀਆਂ 'ਚ ਰਿਜ਼ਰਵੇਸ਼ਨ 2% ਨੌਕਰੀਆਂ 'ਚ ਰਿਜ਼ਰਵੇਸ਼ਨ। ਪਰ ਸਾਡੇ ਵਾਲਾ ਕੇਸ ਬਿਲਕੁਲ ਡਿਫਰੈਂਟ ਸੀ ਵੀ ਉਦੋਂ ਗੌਰਮੈਂਟ ਦੇ ਕੋਈ ਇੰਡੀਆ ਦੇ ਦੂਜੇ ਜਿਹੜੇ ਸ਼ਹਿਰਾਂ 'ਚ ਰਾਜਾਂ 'ਚ ਜਿਹੜੇ ਆ ਕੁਝ ਇੰਸੀਡੈਂਟ ਜਿਹੜੇ ਆ
ਜਿਹੜੀਆਂ ਕੋਈ ਬੰਬ ਬਲਾਸਟ ਜਾਂ ਹੋਰ ਵਾਰਦਾਤਾਂ ਹੋਈਆਂ, ਤੇ ਉਹਦੇ ਵਿੱਚ ਇਹ ਸ਼ੱਕ ਕਰਦੇ ਸੀ ਗੌਰਮੈਂਟ ਏਜੰਸੀਆਂ ਤੇ ਜਿਹੜੀਆਂ ਲਾ ਇਨਫੋਰਸਿੰਗ ਏਜੰਸੀਆਂ ਵੀ ਜਿਹੜੇ ਪਰਿਵਾਰ ਬਾਹਰੋਂ ਆਏ ਆ 84 'ਚ, ਇਹਨਾਂ ਦੇ ਮਨ 'ਚ ਰੋਸ ਹੈ, ਇਹਨਾਂ ਦੇ ਬੱਚੇ ਇਹਨਾਂ 'ਚ ਇਨਵੋਲਵ ਹੋ ਸਕਦੇ, ਇਹਨਾਂ ਕੋਲ ਕੋਈ ਕਲੂ ਨਹੀਂ ਸੀ। ਉਸੇ ਚੱਕਰ 'ਚ ਇਹਨਾਂ ਨੇ 84 'ਚ ਜਿਹੜੇ ਆਏ ਸੀ ਉਹਨਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਡਿਟੇਨ ਕਰਨਾ ਸ਼ੁਰੂ ਕੀਤਾ, ਤੇ ਉਹ ਮੈਨੂੰ ਵੀ ਇਹਨਾਂ ਨੇ ਜਿਹੜਾ ਚੱਕ ਲਿਆ। ਉਹਦੇ 'ਚ ਬਾਅਦ 'ਚ ਚੱਕ ਕੇ ਤੇ ਇਹਨਾਂ ਨੇ 27 ਜਨਵਰੀ ਨੂੰ ਇਹਨਾਂ ਨੇ ਚੱਕਿਆ। ਉਸ ਤੋਂ ਬਾਅਦ 'ਚ 10 ਫਰਵਰੀ ਨੂੰ ਇੱਕ ਕੇਸ ਪਾ ਦਿੱਤਾ ਵੀ ਮੈਂ ਇੱਕ ਟੈਰਰਿਸਟ ਐਕਟੀਵਿਟੀ 'ਚ ਇਨਵੋਲਵ ਹਾਂ, ਤੇ ਕਰਕੇ ਜੇਲ੍ਹ ਭੇਜਤਾ। ਉਹ ਕੇਸ 'ਚ ਫਿਰ ਜ਼ਮਾਨਤ ਹੋਈ ਬਾਅਦ 'ਚ ਮਈ 1992 'ਚ ਜਿਹੜਾ ਵਾ ਫਿਰ ਮੈਂ ਉਹ ਕੇਸ 'ਚ ਰਿਲੀਜ਼ ਹੋਇਆ। ਉਦੋਂ ਮੈਂ ਚਾਰਟਰਡ ਅਕਾਊਂਟੈਂਟ CA ਕਰਦਾ ਹਾਂ, ਅਤੇ MBA ਲਈ USA ਲਈ MBA ਲਈ ਮੈਂ ਕੀਤਾ ਸੀ ਪ੍ਰੋਸੀਡ ਵੀ ਉੱਥੇ ਜਾਣ ਦਾ ਮਨ ਸੀ ਵੀ ਬਾਹਰ ਜਾ ਕੇ ਜਿਹੜੀ ਆ ਉਚੇਰੀ ਵਿਦਿਆ ਜਿਹੜੀ ਆ ਹਾਇਰ ਐਜੂਕੇਸ਼ਨ ਜਿਹੜੀ ਆ ਉੱਥੋਂ ਕਰਦੇ ਆ। ਅਤੇ ਪਰ ਉਹ ਸਾਰਾ ਇਹ ਕੇਸ ਪੈਣ ਕਰਕੇ ਕਿ ਜਦੋਂ ਕੇਸ ਪੈ ਜਾਂਦਾ ਨਾ ਤੁਹਾਡਾ ਪਾਸਪੋਰਟ ਬਣ ਸਕਦਾ ਵਾ, ਨਾ ਤੁਸੀਂ ਜਾ ਸਕਦੇ ਜੇ, ਅਤੇ ਉਹ ਸਾਰਾ ਫਿਰ ਕਈ ਇਨਕੁਆਇਰੀਆਂ ਸ਼ੁਰੂ ਹੋ ਗਈਆਂ, ਚੱਲ ਪਿਆ। ਫਿਰ ਕਿਉਂਕਿ ਅਸੀਂ ਥੋੜ੍ਹਾ ਜਿਹਾ 84 'ਚ ਬਾਹਰੋਂ ਆਉਣ ਕਰਕੇ ਸਾਡਾ ਥੋੜ੍ਹਾ ਇੱਕ ਐਜ ਸਿੱਖ, ਅਤੇ ਇੱਕ ਦੂਜਾ ਵੈਸੇ ਵੀ ਤੁਸੀਂ ਜਦੋਂ ਇਹੋ ਜਿਹੇ ਹਾਲਾਤਾਂ 'ਚੋਂ ਨਿਕਲਦੇ ਜੇ ਤੁਹਾਨੂੰ ਲੱਗਦਾ ਵੀ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਅਸੀਂ ਜਿਹੜਾ ਸੀ ਉਹ ਜਿੰਨੇ 84 ਦੇ ਪਰਿਵਾਰ ਸੀ ਉਹਨਾਂ ਦੇ ਸੰਸਥਾ ਜਿਹੜੇ ਸੀ ਉਹਨਾਂ 'ਚ ਜੇ ਕਿਸੇ ਨੂੰ ਕੋਈ ਹੈਲਪ ਲੀਗਲ ਜੇ ਚਾਹੀਦੀ ਸੀ, ਸਲਾਹ ਕੋਈ ਚਾਹੀਦੀ ਸੀ, ਅਤੇ ਉਹ ਦੇਈ ਦੀ ਸੀ, ਪੈਰਵੀ ਕਰੀ ਦੀ ਸੀ ਕੇਸਾਂ 'ਚ। ਅਤੇ ਚੱਲਦੇ ਇਸ ਤਰ੍ਹਾਂ ਜਿਹੜੇ ਫੇਕ ਐਨਕਾਊਂਟਰ ਦੇ ਲਵਾਰਸ ਲਾਸ਼ਾਂ ਵਾਲੇ ਕੇਸ, ਇਸ ਤਰ੍ਹਾਂ ਕਈ ਚੀਜ਼ਾਂ ਚੱਲਦੀਆਂ ਰਹੀਆਂ। ਉਸ ਤੋਂ ਬਾਅਦ 'ਚ ਜਿਹੜਾ ਇਹ ਕੇਸ ਹਾਲੇ ਚੱਲਦਾ ਸੀ, ਅਤੇ 95 'ਚ ਸਰ ਜਸਵੰਤ ਸਿੰਘ ਖਾਲੜਾ ਜਿਹੜੇ ਮਨੁੱਖੀ ਅਧਿਕਾਰਾਂ ਲਈ ਉਹਨਾਂ ਬਹੁਤ ਕੰਮ ਕੀਤਾ ਸੀ। ਲਵਾਰਸ ਲਾਸ਼ਾਂ ਵਾਲਾ ਕੇਸ ਜਿਹੜਾ 25,000 ਵਾਲਾ ਉਹ ਉਹਨਾਂ ਨੇ ਚੱਕਿਆ ਸੀ। ਉਹ ਕੇਸ ਦੇ ਵਿੱਚ ਉਹਨਾਂ ਨੂੰ ਚੱਕ ਕੇ ਪੁਲਿਸ ਨੇ ਜਿਹੜਾ ਵਾ ਅਸੀਂ ਸਤੰਬਰ 1995 ਨੂੰ ਜਿਹੜਾ ਵਾ ਉਹਨਾਂ ਨੂੰ ਚੱਕ ਲਿਆ। ਬਾਅਦ 'ਚ ਉਹਨਾਂ ਦਾ ਪਤਾ ਨਹੀਂ ਲੱਗਾ। ਫਿਰ CBI ਇਨਕੁਆਇਰੀ ਹੋਈ, ਅਤੇ ਉਹਦੇ ਵਿੱਚ ਜਿਹੜੇ ਪੁਲਿਸ ਅਫਸਰ ਜਿਹੜੇ ਜਿਹਦੇ 'ਚ ਅਜੀਤ ਸਿੰਘ ਸੰਧੂ ਜਿਹੜਾ ਉਹ ਵੇਲੇ ਦਾ SSP ਤਰਨਤਾਰਨ ਸੀ, ਉਹਨੂੰ ਵੀ ਜਿਹੜਾ ਇਹ ਕੇਸ 'ਚ ਜਿਹੜਾ ਅਰੈਸਟ ਕੀਤਾ ਗਿਆ। ਅਤੇ ਉਹ ਕੇਸ ਚੱਲਦਿਆਂ 'ਚ ਪੁਲਿਸ ਜਿਹੜੀ ਇੱਕ ਮਾਈਂਡ, ਕਿਉਂਕਿ ਹਾਲੇ ਉਦੋਂ ਜ਼ੋਰ ਹੀ ਪੂਰਾ ਪੁਲਿਸ ਰਾਜ ਕਹਿ ਸਕਦੇ ਆਪਾਂ ਉਦੋਂ, ਅਤੇ ਉਹ ਚੱਲਦਾ ਸੀ। ਅਤੇ ਇਹਨਾਂ ਨੇ ਇਹ ਮਨ ਬਣਾਇਆ ਵੀ ਜਿਹੜੇ ਵੀ ਲੋਕ ਇਹ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਅਤੇ ਜਾਂ ਜਿਹੜੇ ਵੀ ਇਹ ਕੇਸਾਂ ਦੀ ਪੈਰਵੀ ਕਰਦੇ, ਇਹਨਾਂ ਸਾਰਿਆਂ ਨੂੰ ਆਪਾਂ ਮਜ਼ਾ ਚਖਾਉਣਾ ਵਾ ਵੀ ਇਹ ਇੰਨੀ ਜ਼ਰੂਰਤ ਕਿਉਂ ਕਰ ਜਾਣ ਇੱਥੇ, ਵੀ ਇਹ ਜਿਹੜੇ ਪੁਲਿਸ ਅਫਸਰਾਂ ਦੇ ਖਿਲਾਫ ਕੇਸ ਕਿਵੇਂ ਲੜ ਜਾਣ। ਫਿਰ ਮੈਡਮ ਖਾਲੜਾ 'ਤੇ ਕੇਸ ਪਾਇਆ ਗਿਆ। ਫਿਰ ਰਾਜੀਵ ਰੰਧਾਵਾ ਜਿਹੜਾ ਉਹਨਾਂ 'ਤੇ ਉਹ ਸਾਡੇ ਨਾਲ ਕੇਸ ਪਾਇਆ। ਫਿਰ ਕਿਰਪਾਲ ਸਿੰਘ ਰੰਧਾਵਾ, ਕੁਲਦੀਪ ਸਿੰਘ ਬਚੜਾ, ਇਹਨਾਂ ਸਾਰਿਆਂ 'ਤੇ ਕੇਸ ਜਿਹੜੇ ਆ ਆਪਣਾ ਬੈਂਸ ਸਾਹਿਬ 'ਤੇ ਕੇਸ ਪਾਇਆ ਗਿਆ। ਉਹਨਾਂ ਨੂੰ ਜੇਲ੍ਹ 'ਚ ਡੱਕਿਆ ਗਿਆ। ਜਸਟਿਸ ਅਜੀਤ ਸਿੰਘ ਮੈਂ ਇੱਕ ਰਿਟਾਇਰ ਹਾਈ ਕੋਰਟ ਜੱਜ, ਉਹਨੂੰ ਚੱਕ ਕੇ ਜੇਲ੍ਹ 'ਚ ਡੱਕਤਾ ਗਿਆ। ਅਤੇ ਮਤਲਬ ਇਸ ਤਰ੍ਹਾਂ ਪੂਰੇ ਪੰਜਾਬ 'ਚ ਇਹਨਾਂ ਨੇ ਇੱਕ ਜਿਹੜੀ ਆ ਇੱਕ ਵੇਵ ਲਿਆਂਦੀ ਵੀ ਉਹਨਾਂ ਨੂੰ ਫੜਨ ਦਾ। ਉਸੇ ਕੜੀ 'ਚ 1998 ਦੀ 15 ਜੁਲਾਈ ਨੂੰ ਮੈਨੂੰ ਵੀ ਘਰੋਂ ਚੁੱਕ ਲਿਆ ਰਾਤ ਨੂੰ 11:30 ਵਜੇ ਚੁੱਕ ਕੇ, ਅਤੇ ਬਾਅਦ 'ਚ ਇਹਨਾਂ ਨੇ ਮੈਨੂੰ ਇਲੀਗਲ ਡਿਟੈਂਸ਼ਨ 'ਚ ਰੱਖਿਆ। ਫਿਰ ਉੱਥੇ ਅੰਦਰ ਤੇ ਇਹੋ ਪੁਲਿਸ ਅਫਸਰ ਕਹਿੰਦੇ ਵੀ ਤੁਹਾਨੂੰ ਅਸੀਂ ਦੱਸਾਂਗੇ ਤੁਸੀਂ ਕਿਵੇਂ ਕੇਸ ਲੜਦੇ ਜੀ, ਤੁਹਾਨੂੰ ਹੁਣ ਦੱਸਦੇ ਆ। ਅਤੇ ਸਾਡਾ ਵੀ ਉਹਨਾਂ ਨੂੰ ਹੈਗਾ ਸੀ ਵੀ ਅਸੀਂ ਤਾਂ ਕਾਨੂੰਨ ਲੜਾਈ ਲੜਦੇ, ਜੋ ਸੰਵਿਧਾਨ ਕਹਿੰਦਾ ਵਾ, ਅਸੀਂ ਤਾਂ ਕੋਈ ਹਥਿਆਰ ਨਹੀਂ ਚੁੱਕੇ। ਪਰ ਉਹਨਾਂ ਨੂੰ ਸਾਡੇ 'ਤੇ ਜ਼ਿਆਦਾ ਰੋਸ ਸੀ ਵੀ ਹਥਿਆਰ ਚੁੱਕਣ ਨਾਲੋਂ ਵੀ ਜ਼ਿਆਦਾ ਖਤਰਨਾਕ ਤੁਸੀਂ ਜੇ ਸਾਡੇ ਲਈ, ਜਿਹੜਾ ਸਾਡੀਆਂ ਗਲਤ ਚੀਜ਼ਾਂ 'ਤੇ ਤੁਸੀਂ ਖਲੋਂਦੇ ਜੇ। ਅਤੇ ਉਹ ਗੱਲ 'ਤੇ ਸਾਰੀ ਚੱਲਦੀ ਫਿਰ ਇਹਨਾਂ ਨੇ ਉਹ 23 ਜੁਲਾਈ ਨੂੰ ਮੇਰੀ ਅਰੈਸਟ ਪਾਈ। ਫਿਰ ਜੇਲ੍ਹ 'ਚ ਛੱਡਤਾ। ਫਿਰ ਉਹਦੇ 'ਚ 1 ਮਹੀਨੇ ਬਾਅਦ ਜ਼ਮਾਨਤ ਜਿਹੜੀ ਹੋਈ ਹੈ, ਮੈਂ 1 ਮਹੀਨਾ ਜੇਲ੍ਹ 'ਚ ਰਿਹਾ। ਫਿਰ ਕੋਈ ਕੈਰੀਅਰ 'ਤੇ ਸਾਰਾ ਤੁਹਾਡਾ ਜਿਹੜਾ ਸਾਰਾ ਖਤਮ ਹੋ ਜਾਂਦਾ ਵਾ। ਅਤੇ ਉਸ ਤੋਂ ਬਾਅਦ 'ਚ ਇੱਕ ਇਨਕੁਆਇਰੀ ਜਿਹੜੀ ਮੇਰੇ ਪੇਰੈਂਟਸ ਵੱਲੋਂ ਕੋਈ ਐਪਲੀਕੇਸ਼ਨਾਂ ਦਿੱਤੀਆਂ ਹਾਈ ਕੋਰਟ ਅਤੇ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਨੂੰ, ਉਹਦੇ ਬੇਸ 'ਤੇ ਜਿਹੜੀ ਆ ਉਹ ਇਨਕੁਆਇਰੀ ਇੱਕ ਸਟਾਰਟ ਹੋ ਗਈ। ਅਤੇ ਉਹ ਇਨਕੁਆਇਰੀ ਦੇ ਵਿੱਚ ਮਿਸਟਰ AP ਭਟਨਾਗਰ ਸੀ ਉਦੋਂ DGP ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ, ਉਹਨਾਂ ਨੇ ਇਨਕੁਆਇਰੀ ਕੀਤੀ। ਉਹਨਾਂ ਨੇ ਫਾਈਂਡਿੰਗ ਦਿੱਤੀ ਵੀ ਜਿਹੜਾ ਕੇਸ ਮੇਰੇ 'ਤੇ ਹੋਰਨਾਂ 'ਤੇ ਪਾਇਆ ਉਹ ਝੂਠਾ ਵਾ, ਉਹ ਕੇਸ ਨੂੰ ਖਾਰਜ ਕਰੋ। ਜਿਹੜੇ ਪੁਲਿਸ ਅਫਸਰਾਂ ਨੇ ਕੇਸ ਪਾਇਆ ਉਹਨਾਂ 'ਤੇ ਕੇਸ ਦਰਜ ਕਰੋ, ਅਤੇ ਜਿਹੜਾ ਕੰਪਨਸੇਸ਼ਨ ਤੁਸੀਂ ਦਿਓ। ਉਹ ਕਮਿਸ਼ਨ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਜਿਹੜਾ ਪੰਜਾਬ 'ਚ ਜਿਹੜੀ ਅਕਾਲੀ ਗੌਰਮੈਂਟ ਆਈ 1997 'ਚ ਇਹਨਾਂ ਨੇ ਬਣਾਇਆ ਸੀ, ਕਿਉਂਕਿ ਇਹਨਾਂ ਦਾ 97 'ਚ ਅਕਾਲੀਆਂ ਦਾ ਪ੍ਰੋਮਿਸ ਸੀ ਇਲੈਕਸ਼ਨ ਵੇਲੇ ਵੀ ਅਸੀਂ ਜਦੋਂ ਪੰਜਾਬ 'ਚ ਸਾਡਾ ਰਾਜ ਜੇ ਆਊਗਾ ਅਤੇ ਅਸੀਂ ਜਿਹੜੀਆਂ ਜਿੰਨੀਆਂ ਜਾਤੀਆਂ ਪੁਲਿਸ ਨੇ ਕੀਤੀਆਂ ਉਹਦੀਆਂ ਇਨਕੁਆਇਰੀਆਂ ਕਰਾਵਾਂਗੇ। ਅਤੇ ਜਦੋਂ ਇਹਨਾਂ ਦਾ ਰਾਜ ਆਇਆ ਅਤੇ ਇਹਨਾਂ ਨੇ ਕਮਿਸ਼ਨ ਬਣਾਇਆ, ਪਰ ਤੁਹਾਨੂੰ ਹੈਰਾਨੀ ਹੋਊਗੀ ਵੀ ਉਹ ਕਮਿਸ਼ਨ ਦੀ ਰਿਕਮੈਂਡੇਸ਼ਨ 'ਤੇ ਵੀ ਅਕਾਲੀ ਗੌਰਮੈਂਟ ਨੇ ਉਹਨੂੰ ਮੰਨਣ ਤੋਂ ਇਨਕਾਰੀ ਕਰਤਾ ਵੀ ਅਸੀਂ ਤੁਹਾਡੀ ਜਿਹੜੀ ਤੁਸੀਂ ਜੋ ਸਿਫਾਰਿਸ਼ ਕਰਦੇ ਜੇ ਅਸੀਂ ਨਹੀਂ ਉਹਨੂੰ ਮੰਨਦੇ। ਉਹਨਾਂ ਦੇ ਕਹਿਣ ਦੇ ਬਾਵਜੂਦ ਸਾਡਾ ਕੇਸ ਕੈਂਸਲ ਨਹੀਂ ਕੀਤਾ, ਅਤੇ ਪੁਲਿਸ ਅਫਸਰਾਂ ਨੂੰ ਪੂਰਾ ਤਰੱਕੀਆਂ ਦਿੱਤੀਆਂ, ਉਹਨਾਂ ਨੂੰ ਚੰਗੇ ਅਹੁਦਿਆਂ 'ਤੇ ਲਾਇਆ। ਫਿਰ ਜਿਹੜਾ ਸਾਡੇ ਖਿਲਾਫ ਚਲਾਨ ਪੇਸ਼ ਕਰਾਤਾ ਅਦਾਲਤ 'ਚ। ਹਾਲੇ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਨੇ ਆਰਡਰ ਕੀਤੇ ਵੀ ਤੁਸੀਂ ਚਲਾਨ ਨਹੀਂ ਦੇ ਸਕਦੇ ਅਦਾਲਤ 'ਚ ਇਹਨਾਂ ਦੇ ਖਿਲਾਫ, ਉਹਦੇ ਬਾਵਜੂਦ ਚਲਾਨ ਦੇ ਦਿੱਤਾ। ਪਰ ਅਦਾਲਤ ਨੇ 2007 'ਚ ਜਾ ਕੇ ਉਹ ਕੇਸ 'ਚੋਂ ਸਾਨੂੰ ਬਰੀ ਕਰਤਾ। ਜਿਹੜਾ 92 ਵਾਲਾ ਕੇਸ ਸੀ ਉਹ 2000 'ਚ ਬਰੀ ਹੋ ਗਏ, ਜਿਹੜਾ ਦੂਸਰਾ 98 ਵਾਲਾ ਉਹਦਾ 2007 'ਚ ਜਾ ਕੇ ਬਰੀ ਹੋਏ।
ਫਿਰ ਇਹਨਾਂ ਨੇ ਵੇਖਿਆ ਵੀ ਇਹ ਹਾਲੇ ਵੀ ਇਹ ਕਾਬੂ ਨਹੀਂ ਆਉਂਦੇ ਵੀ ਕੇਸ ਤੇ ਜਾਤੀਆਂ ਦੇ ਕੇਸ ਜਿਹੜੇ ਚੱਲੀ ਜਾਂਦੇ ਸੀ ਅਸੀਂ ਲੜੀ ਜਾਂਦੇ ਹਾਂ ਤੇ ਇਹਨਾਂ ਨੇ ਫਿਰ ਜਿਹੜਾ ਇੱਕ ਆਪਾਂ ਬੈਡ ਕਰੈਕਟਰ 10 ਨੰਬਰੀਆ ਕਹਿੰਦੇ ਆ ਵੀ ਇਹਨਾਂ ਪੰਜਾਬ ਪੁਲਿਸ ਨੇ ਮੈਨੂੰ ਇਹ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇੰਨੀ ਕੁਆਲੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਮੈਨੂੰ 10 ਨੰਬਰੀਆ ਬਣਾਇਆ। ਮੇਰੀ ਥਾਣੇ 'ਚ ਫੋਟੋ ਲਾਈ ਤੇ ਜਿੱਥੇ ਚੋਰਾਂ ਦੀਆਂ ਫੋਟੋਆਂ ਉੱਥੇ ਮੇਰੀ ਫੋਟੋ ਲਾਈ ਸਾਰੇ ਥਾਣਿਆਂ 'ਚ ਤੇ ਉਹ ਲਾ ਕੇ ਤੇ ਇਹਨਾਂ ਨੇ ਪੂਰਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਇਹਨਾਂ 'ਤੇ ਕੰਪਨਸੇਸ਼ਨ ਦਾ ਕੇਸ ਪਾਇਆ। ਫਿਰ ਉਹ ਜਿਹੜਾ ਇਹਨਾਂ ਨੇ ਹਿਸਟਰੀ ਸ਼ੀਟ ਕੀਤਾ ਸੀ, ਹਿਸਟਰੀ ਸ਼ੀਟ 10 ਨੰਬਰੀ ਬਣਾਇਆ, ਉਹ ਹਾਈ ਕੋਰਟ ਨੇ ਕੁਐਸ਼ ਕੀਤਾ ਵੀ ਤੁਸੀਂ ਇਹਨੂੰ ਨਹੀਂ ਬਣਾ ਸਕਦੇ। ਫਿਰ ਮੈਂ ਪਾਸਵਰਡ ਅਪਲਾਈ ਕੀਤਾ, ਇਹਨਾਂ ਨੇ ਮੇਰੇ ਪਾਸਵਰਡ 'ਤੇ ਵੀ ਰੋਕ ਲਾਤੀ ਵੀ ਇਹਦਾ ਪਾਸਵਰਡ ਨਹੀਂ ਬਣ ਸਕਦਾ। ਫਿਰ ਉਹ ਹਾਈ ਕੋਰਟ ਨੇ ਆਰਡਰ ਕੀਤੇ ਵੀ ਇਹਦਾ ਪਾਸਵਰਡ ਜਿਹੜਾ ਰੋਕ ਨਹੀਂ ਸਕਦੇ ਤੁਸੀਂ। ਫਿਰ ਮੈਨੂੰ ਹਰ ਇੱਕ ਕੰਮ ਲਈ ਹਾਈ ਕੋਰਟ ਜਾਣਾ ਪੈਂਦਾ ਸੀ, ਫਿਰ ਜਾ ਕੇ ਪੁਲਿਸ ਤੋਂ ਉਹ ਕੰਮ ਹੁੰਦਾ ਸੀ, ਉਸ ਤਰ੍ਹਾਂ ਹੀ ਹਰ ਕਿਤੇ ਰੋਕਦੇ ਸੀ। ਅਤੇ ਫਿਰ ਜਦੋਂ ਮੈਂ ਕੰਪਨਸੇਸ਼ਨ ਦਾ ਕੇਸ ਪਾਇਆ ਉਹ ਐਵੀਡੈਂਸ ਹੋ ਕੇ ਤੇ 2013 'ਚ ਮੈਂ 50 ਲੱਖ ਰੁਪਈਆ ਕਲੇਮ ਕੀਤਾ ਸੀ ਵੀ ਮੇਰਾ ਨੁਕਸਾਨ ਜਿਹੜਾ ਵਾ 84 'ਚ ਅਸੀਂ ਬਾਹਰੋਂ ਆਏ ਆ, ਉਹ ਤੋਂ 92 'ਚ ਤੁਸੀਂ ਜਦੋਂ ਮੈਂ MBA ਲਈ USA ਚੱਲਿਆ ਉਦੋਂ ਤੁਸੀਂ ਮੈਨੂੰ ਚੱਕਿਆ, ਚੱਕ ਕੇ ਮੇਰੇ 'ਤੇ ਝੂਠਾ ਕੇਸ ਪਾਇਆ। ਜੇ ਤੁਸੀਂ ਉਦੋਂ ਨਾ ਪਾਉਂਦੇ ਅੱਜ ਮੈਂ ਕਿੱਥੇ ਮੇਰਾ ਫਿਊਚਰ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਹੋਣਾ ਸੀ, ਉਹ ਮੈਂ ਸਾਰਾ ਐਕਸਪਲੇਨ ਕਰਕੇ ਫਿਰ ਮੈਂ ਕਿੰਨੀਆਂ ਤਰੀਕਾਂ ਜਿਹੜੀਆਂ 92 ਵਾਲੇ ਕੇਸ 'ਚ ਕਿੰਨੀਆਂ ਭੁਗਤੀਆਂ, ਕਿੰਨੇ ਦਿਨ ਜੇਲ੍ਹ 'ਚ ਰਿਹਾ, ਕਿੰਨਾ ਮੈਨੂੰ ਟੌਰਚਰ ਕੀਤਾ। ਫਿਰ 98 ਵਾਲੇ ਕੇਸ 'ਚ ਕਿੰਨਾ ਟੌਰਚਰ ਕੀਤਾ, ਕਿੰਨੀ ਦੇਰ ਜੇਲ੍ਹ 'ਚ ਰਿਹਾ, ਕਿੰਨੇ ਦਿਨ ਇਲੀਗਲ ਡਿਟੈਂਸ਼ਨ 'ਚ ਰਿਹਾ ਅਤੇ ਕਿੰਨੀਆਂ ਤਰੀਕਾਂ ਜਿਹੜੀਆਂ ਮੈਂ ਉਹ 92 ਤੋਂ ਲੈ ਕੇ 2007 ਤੱਕ ਕਿੰਨੀਆਂ ਤਰੀਕਾਂ ਇੱਥੇ ਭੁਗਤੀਆਂ, ਕਿੰਨੀਆਂ ਹਾਈ ਕੋਰਟ ਭੁਗਤੀਆਂ ਅਤੇ ਕਿੰਨੀ ਵਾਰੀ ਮੈਂ ਵਕੀਲ ਕੀਤੇ ਥਰਡੀਆਂ ਕੋਰਟਾਂ 'ਚ, ਹਾਈ ਕੋਰਟ 'ਚ। ਜਿੱਥੇ ਮੈਂ ਜਾ ਸਕਦਾ ਉੱਥੇ ਆਪ ਕਰਦਾ ਹਾਂ, ਜਿੱਥੇ ਨਹੀਂ ਮੈਨੂੰ ਅਸਿਸਟੈਂਸ ਲਈ ਦੂਜੇ ਜਾਂ ਸੀਨੀਅਰ ਵਕੀਲ ਜਿਹੜੇ ਸੀ ਮੈਨੂੰ ਕਿਤੇ ਕਰਨੇ ਪੈਂਦੇ ਸੀ, ਅਤੇ ਉਹ ਸਾਰੀਆਂ ਜਿਹੜੀਆਂ ਫੀਸਾਂ ਦਾ ਮੈਂ ਵੇਰਵੇ ਦੇ ਕੇ 50 ਲੱਖ ਕੰਪਨਸੇਸ਼ਨ ਕੀਤਾ। ਪਰ ਉਹ ਜੱਜ ਸਾਹਿਬ ਨੇ 2013 'ਚ ਜਿਹੜਾ 10 ਲੱਖ ਰੁਪਈਆ ਜਿਹੜਾ ਵਾ ਉਹ ਪਾਸ ਕੀਤਾ ਵੀ 10 ਲੱਖ ਕੰਪਨਸੇਸ਼ਨ ਜਿਹੜਾ ਉਹ ਠੀਕ ਹੈਗਾ ਵਾ, ਉਹਨਾਂ ਆਰਡਰ ਕਰਤੇ। ਫਿਰ ਇਹਨਾਂ ਨੇ ਵੀ ਚੈਲੰਜ ਕੀਤਾ, ਮੈਂ ਵੀ ਚੈਲੰਜ ਕੀਤਾ, ਮੈਂ 10 ਲੱਖ ਘੱਟ ਆ, 50 ਲੱਖ ਚਾਹੀਦਾ। ਪੰਜਾਬ ਸਰਕਾਰ ਨੂੰ ਕਿਹਾ ਸੀਗਾ ਵੀ ਤੁਸੀਂ 10 ਲੱਖ ਰੁਪਇਆ ਦੇਣਾ। ਇਹ ਜਿਹੜੀ ਪੰਜਾਬ ਸਰਕਾਰ ਨੂੰ ਆਰਡਰ ਹੋਏ ਸੀ ਵੀ ਤੁਸੀਂ 10 ਲੱਖ ਰੁਪਈਆ ਇਹਨੂੰ ਦੇਣਾ ਵਾ, ਅਤੇ ਨਾਲ ਇਹ ਹੀ ਵੀ ਤੁਸੀਂ ਪੁਲਿਸ ਅਫਸਰ ਜਿਹੜੇ ਆ ਜਿਨ੍ਹਾਂ ਨੇ ਇਹ ਸਾਰਾ ਕੁਝ ਗਲਤ ਕੀਤਾ ਉਹਨਾਂ ਦੀਆਂ ਤਨਖਾਹਾਂ 'ਚੋਂ ਕੱਟਣਾ ਵਾ। ਉਹਦੇ 'ਚ ਉਹ ਪੁਲਿਸ ਅਫਸਰ ਸੀ ਜਿਹੜੇ 92 98 'ਚ ਜਿਨ੍ਹਾਂ ਨੇ ਕੇਸ ਪਾਏ ਆ, ਜਿਨ੍ਹਾਂ ਨੇ ਬੈਡ ਕਰੈਕਟਰ ਡਿਕਲੇਅਰ ਕੀਤਾ ਅਤੇ ਜਿਨ੍ਹਾਂ ਨੇ ਮੇਰੇ ਪਾਸਪੋਰਟ ਜਾਂ ਹੋਰ ਚੀਜ਼ਾਂ ਰੋਕੀਆਂ। ਕੋਈ ਸਾਰੇ ਬੰਦੇ ਲਾਇਬਲ ਸੀ, ਇੱਕ ਪੂਰੀ ਫੋਰਸ ਦਾ ਸਿਸਟਮ ਹੀ ਲਾਇਬਲ ਹੈਗਾ ਸੀ ਪੰਜਾਬ ਪੁਲਿਸ ਦਾ। ਅਤੇ ਉਹ ਫਿਰ ਜਦੋਂ ਬਾਅਦ 'ਚ 2013 'ਚ ਇਹਨਾਂ ਨੇ ਅਪੀਲ ਪਾਤੀ ਵੀ ਨਹੀਂ ਇਹ ਗਲਤ ਆਰਡਰ ਹੋਇਆ, ਅਤੇ ਮੈਂ ਪਾਤੀ ਵੀ ਇਹ ਵੀ ਗਲਤ ਹੈ ਵੀ ਮੈਨੂੰ 50 ਲੱਖ ਹੀ ਚਾਹੀਦਾ, ਵੀ 10 ਲੱਖ ਰੁਪਈਆ ਤਾਂ ਸਿਰਫ ਮੇਰੇ ਇੰਨੇ ਦੇ ਖਰਚੇ ਹੋ ਗਏ ਇਹਨਾਂ ਕੇਸਾਂ 'ਚ ਜਿਹੜੇ। ਫਿਰ ਇਹ ਕੰਪਨਸੇਸ਼ਨ ਕਾਹਦਾ, ਇਹ ਤਾਂ ਸਿਰਫ ਤੁਸੀਂ ਇੱਕ ਖਰਚਾ ਦਿੱਤਾ ਮੈਨੂੰ, ਜਿਹੜਾ ਮੈਂ ਵਕੀਲਾਂ 'ਤੇ ਖਰਚਾ ਹੋਊ ਜਾਂ ਮੈਂ ਚੰਡੀਗੜ੍ਹ ਆਉਣ ਜਾਣ 'ਤੇ ਖਰਚਾ ਹੋਊਗਾ, ਲੋਕਲ ਕੋਰਟਾਂ 'ਚ ਜਾਣ 'ਤੇ। ਫਿਰ ਉਹ 2017 ਦੇ ਵਿੱਚ ਜਿਹੜਾ ਕੋਰਟ ਨੇ ਜਿਹੜਾ ਇਹਨਾਂ ਦੀ ਅਪੀਲ ਡਿਸਮਿਸ ਕਰਤੀ ਅਤੇ ਇਹ ਕਰਤਾ ਵੀ ਜਿਹੜਾ 10 ਲੱਖ ਰੁਪਈਆ ਅਤੇ ਪਲੱਸ 6% ਵਿਆਜ ਸਾਲਾਨਾ ਜਿਹੜਾ ਵਾ ਉਹ ਤੁਸੀਂ ਇਹਨੂੰ ਕੰਪਨਸੇਸ਼ਨ ਜਿੰਨੀ ਦੇਰ ਵੀ ਤੁਸੀਂ ਨਹੀਂ ਦਿਓਗੇ 6% ਵਿਆਜ ਦਿਓਗੇ। ਫਿਰ ਉਹਦੇ ਲਈ ਪ੍ਰੋਸੈਸ ਚੱਲਦਾ ਰਿਹਾ, ਮੈਂ ਐਪਲੀਕੇਸ਼ਨ ਦਿੱਤੀ, ਐਗਜ਼ੀਕਿਊਸ਼ਨ ਪਾਈ ਅਤੇ ਉਹਦੇ ਵਿੱਚ ਕੋਰਟ ਨੇ ਇਹਨਾਂ ਨੂੰ ਜਵਾਬਦੇਹੀ ਕੀਤੀ। ਇਹਨਾਂ ਨੇ ਆਪਣਾ ਜੋ ਓਬਜੈਕਸ਼ਨਸ ਹੈਗੀਆਂ ਫਾਈਲ ਕੀਤੀਆਂ ਅਤੇ ਕੋਰਟ ਨੇ ਅਖੀਰ 'ਚ ਜਦੋਂ ਇਹਨਾਂ ਨੇ ਦਿੰਦੇ ਨਹੀਂ, ਮੈਂ ਇੱਕ ਐਪਲੀਕੇਸ਼ਨ ਦਿੱਤੀ ਵੀ ਜਿਹੜਾ DGP ਪੰਜਾਬ ਆ ਉਹਦੀ ਕਾਰ ਦਾ ਨੰਬਰ ਇਨੋਵਾ ਕਾਰ ਦਾ ਇਹ ਨੰਬਰ ਆ, ਪੁਲਿਸ ਕਮਿਸ਼ਨਰ ਜਿਹੜਾ ਵਾ ਅੰਮ੍ਰਿਤਸਰ ਦਾ ਇਹਦੀ ਇਨੋਵਾ ਕਾਰ ਦਾ ਇਹ ਨੰਬਰ ਆ, DC ਦੀ ਇਨੋਵਾ ਕਾਰ ਦਾ ਇਹ ਨੰਬਰ ਆ। ਫਿਰ ਪੁਲਿਸ ਕਮਿਸ਼ਨਰ ਦੀ ਕੋਠੀ ਹੈ ਇੱਥੇ ਮਾਰ ਰੋਡ 'ਤੇ, ਸਰਕਾਰੀ ਕੋਠੀ ਆ, ਉਹਦਾ ਮੈਂ ਰਿਕਾਰਡ ਦਿੱਤਾ ਵੀ ਇਹ ਕੋਠੀ ਜਿਹੜੀ ਸਰਕਾਰੀ ਹੈ। ਇੱਕ ਆਪਣਾ ਕਾਰਪੋਰੇਸ਼ਨ ਹਾਊਸ ਜਿਹੜਾ ਵਾ ਉਹਦੀ ਦਿੱਤੀ, ਨਾਲ ਕਾਰਪੋਰੇਸ਼ਨ ਦੇ ਮੇਅਰ ਦੀ ਅਤੇ ਜਿਹੜੀ ਕਾਰਪੋਰੇਸ਼ਨ ਕਮਿਸ਼ਨਰ ਦੀ ਇਹਨਾਂ ਦੀਆਂ ਗੱਡੀਆਂ ਦੇ ਨੰਬਰ ਦਿੱਤੇ। ਉਹ ਅਦਾਲਤ ਨੇ ਇਹਨਾਂ ਦੀਆਂ ਜਿਹੜੀਆਂ ਕਾਰਾਂ ਅਤੇ ਜਿਹੜੀਆਂ ਇਹਨਾਂ ਦੀਆਂ ਕੋਠੀਆਂ ਸੀ ਉਹ ਅਟੈਚ ਕਰਤੀਆਂ। ਇਹ DGP ਜਿਹੜੇ ਮੌਜੂਦਾ ਹੁਣ ਨੇ ਉਹਨਾਂ ਦੀ ਗੱਡੀ ਅਟੈਚ ਕੀਤੀ, ਜਿਹੜੀ ਦਿਨਕਰ ਗੁਪਤਾ ਇਸ ਵੇਲੇ DGP ਪੰਜਾਬ ਆ, ਇਹਨਾਂ ਨੇ ਜਿਹੜੀ ਗੱਡੀ ਯੂਜ਼ ਕਰਦੇ ਆ ਉਹ ਵੀ ਅਟੈਚ ਹੋਈ ਇਸ ਕੇਸ ਦੇ ਵਿੱਚ, ਪੰਜਾਬ ਦੇ DGP ਦੀ ਗੱਡੀ। ਇਹ ਕੇਸ ਜਿਹੜਾ ਸੀ ਇੱਕ ਗੱਲ ਪੈਸੇ ਦੀ ਨਹੀਂ ਸੀ, ਗੱਲ ਇੱਕ ਹਿਸਟਰੀ ਕ੍ਰੀਏਟ ਕਰਨ ਦੀ ਸੀ ਵੀ ਤੁਸੀਂ ਜੇ ਜ਼ਿਆਦਤੀ ਕਰੋਗੇ ਤਾਂ ਕਾਨੂੰਨ ਤੁਹਾਨੂੰ, ਅਤੇ ਬਾਹਰਲਿਆਂ ਲਈ ਇੱਕ ਲੈਸਨ ਵੀ ਸੀ, ਆਪਾਂ ਹਥਿਆਰ ਚੁੱਕ ਕੇ ਇਹਨਾਂ ਦਾ ਨੁਕਸਾਨ ਨਹੀਂ ਕਰ ਸਕਦੇ। ਜੇ ਜ਼ਿਆਦਤੀ ਕਰਦੇ ਆਪਾਂ ਕਾਨੂੰਨਾਂ ਰਸਤਾ ਚੁਣੀਏ ਤਾਂ ਸਾਨੂੰ ਅਸੀਂ ਇਹਨਾਂ ਨੂੰ ਜੋ ਮਰਜ਼ੀ ਜਿਹੜਾ ਅਦਾਲਤਾਂ ਬੈਠੀਆਂ ਵਾ, ਜੱਜ ਬੈਠੇ ਆ, ਜੇ ਇੱਕ ਬੰਦਾ ਗਲਤ ਕੰਮ ਕਰਦਾ, ਈਵਨ ਇਹਨਾਂ ਕੇਸਾਂ 'ਚ ਜਦੋਂ ਗਵਾਹੀਆਂ ਹੋਈਆਂ ਵਾ ਅਤੇ ਪੁਲਿਸ ਅਫਸਰ ਵੀ ਠੀਕ ਗਵਾਹੀਆਂ ਦੇ ਕੇ ਗਏ ਆ। ਜ਼ਰੂਰੀ ਨਹੀਂ ਵੀ ਸਾਰੇ ਪੁਲਿਸ ਅਫਸਰ, ਹਾਂ ਜਿਹੜੇ ਪੁਲਿਸ ਅਫਸਰ ਰਾਜ ਕਰਨ ਦੇ, ਜਿਨ੍ਹਾਂ ਨੇ ਖਾੜਕੂਆ 'ਚ ਗਲਤ ਕੰਮ ਕੀਤੇ, ਪਾਵਰ ਯੂਜ਼ ਕੀਤੀਆਂ, ਅਤੇ ਜਿਨ੍ਹਾਂ ਨੇ ਸਿੱਖ ਨੌਜਵਾਨ
ਨੌਜਵਾਨਾਂ ਨੂੰ ਮਾਰਿਆ ਉਹ ਕੁਝ ਪਰਸੈਂਟ ਹੀ ਹੈ। ਬਾਕੀ ਦੇ ਸਾਰੇ ਤੁਸੀਂ ਆਪਣੇ ਹੀ ਜਿਹੜੇ ਭੈਣ ਭਰਾ ਹੀ ਆ ਜਿਹੜੇ ਸਾਰੇ ਆਪਾਂ ਵੇਖਿਆ ਹੋਊਗਾ ਵੀ ਉਹਨਾਂ ਦੀ ਨਹੀਂ ਚੱਲਦੀ, ਜ਼ਿਆਦਾ ਪਾਵਰ 'ਚ ਜਿਹੜੇ ਹੀ ਉਹਨਾਂ ਨੇ ਜਾਤੀਆਂ ਕੀਤੀਆਂ ਅਤੇ ਸਰਕਾਰਾਂ ਨੇ ਉਹਨਾਂ ਨੂੰ ਆਪਣੇ ਕੰਮ ਲਈ ਵਰਤਿਆ। ਅਤੇ ਇਹ ਕੇਸ ਕਰਕੇ ਵੀ ਕੋਈ ਗੱਲ 10 ਲੱਖ ਦੀ ਜਾਂ 50 ਲੱਖ ਦੀ ਨਹੀਂ ਹੈਗੀ, ਪਰਮਾਤਮਾ ਨੇ ਸਾਰਾ ਕੁਝ ਦਿੱਤਾ। ਗੱਲ ਇਹ ਹੀ ਵੀ ਆਪਾਂ ਇਹਨਾਂ ਨੂੰ ਇੱਕ ਲੈਸਨ ਦੇਣਾ ਹੈ ਵੀ ਜੇ ਤੁਸੀਂ ਗਲਤ ਕਰੋਗੇ ਤਾਂ ਤੁਹਾਨੂੰ ਕਿੱਥੋਂ ਤੱਕ ਜਾਣਾ ਪੈ ਸਕਦਾ। DGP ਦੀ ਕਾਰ 1 ਹਫ਼ਤਾ DGP ਜਿਹੜਾ ਆਪਣੀ ਕਾਰ ਨਹੀਂ ਯੂਜ਼ ਕੀਤੀ ਉਹਨੇ, ਇਹਨਾਂ ਨੇ ਕੋਰਟ 'ਚ ਐਪਲੀਕੇਸ਼ਨ ਦਿੱਤੀ ਵੀ ਉਹ ਸਰਕਾਰੀ ਕੰਮ ਲਈ ਉਹਨੇ ਵਰਤਣੀ ਹੁੰਦੀ ਹੈ ਅਤੇ ਰੋਕ ਆਉਂਦੀ ਹੈ। ਉਹਦੇ ਬਾਅਦ 'ਚ ਇੱਕ ਅਕਾਊਂਟ ਹੀ ਜਿਹੜਾ ਇਹਨਾਂ ਦਾ ਜਿਹਦੇ 'ਚ ਤਨਖਾਹਾਂ ਆਉਂਦੀਆਂ ਵਾ ਪੰਜਾਬ ਗੌਰਮੈਂਟ ਦੀਆਂ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਾਂ 'ਤੇ। ਫਿਰ ਉਹ ਅਕਾਊਂਟ ਨੰਬਰ ਮੇਰੇ ਕੋਲ ਕਿਤੋਂ ਆਇਆ, ਫਿਰ ਮੈਂ ਉਹ ਅਕਾਊਂਟ ਕੋਰਟ 'ਚ ਦਿੱਤਾ। ਫਿਰ ਉਹ ਅਕਾਊਂਟ 'ਚੋਂ ਜਿਹੜਾ 16 ਲੱਖ ਅਤੇ 95,000 ਰੁਪਈਆ ਜਿਹੜਾ ਵਾ ਉਹ ਆ ਕੇ ਅਟੈਚ ਹੋ ਕੇ ਤੇ ਕੋਰਟ ਦੇ ਵਿੱਚ ਆ ਗਿਆ, ਜਿਹੜਾ ਤਨਖਾਹਾਂ ਜਿਹੜੀਆਂ ਪੰਜਾਬ ਗੌਰਮੈਂਟ ਦੀਆਂ ਤਨਖਾਹਾਂ। ਅੱਛਾ, ਇਹ ਉਹਨਾਂ ਅਫਸਰਾਂ ਦੀਆਂ ਤਨਖਾਹਾਂ ਨੇ ਜਿਨ੍ਹਾਂ ਨੇ ਜਾਤੀ ਕੀਤੀ ਸੀ ਉਸ ਸਮੇਂ? ਇਹ ਸਾਰਿਆਂ ਦੀਆਂ ਜਿਹੜੇ ਹੁਣ ਜਿੱਥੇ ਤਨਖਾਹਾਂ ਆਉਂਦੀਆਂ ਵਾ ਉਹਨਾਂ ਸਾਰਿਆਂ ਦੀਆਂ। ਫਿਰ ਕੋਰਟ 'ਚ ਨਾ ਐਪਲੀਕੇਸ਼ਨ ਦਿੱਤੀ ਵੀ ਜਦੋਂ ਕਿ ਪੈਸੇ ਜਿੰਨੇ ਰਿਕਵਰ ਹੋਣੇ ਚਾਹੀਦੇ ਆ, ਜਿੰਨਾ ਕੰਪਨਸੇਸ਼ਨ ਆ ਉਹ ਆ ਗਿਆ, ਅਤੇ ਸਾਡੀਆਂ ਜਿਹੜੀਆਂ ਗੱਡੀਆਂ ਕਾਰਾਂ ਅਤੇ ਜਿਹੜੇ ਆਪਣੇ ਪ੍ਰੋਪਰਟੀਜ਼ ਆ ਜਿਹੜੀ ਕਮਿਸ਼ਨਰ ਅਤੇ ਪੁਲਿਸ ਦੀ ਕੋਠੀ ਜਾਂ ਦੂਜੀ ਹੈ ਵੀ ਇਹ ਤੁਸੀਂ ਰਿਲੀਜ਼ ਕਰ ਦਿਓ। ਫਿਰ ਕੋਰਟ ਨੇ ਜਿਹੜਾ ਉਹ ਆਰਡਰ ਕੀਤਾ ਵੀ ਜਿਹੜੇ ਪੈਸੇ ਆ ਗਏ ਆ ਉਹ ਪੈਸੇ ਜਿਹੜੇ ਆ ਇਹਦੇ ਅਕਾਊਂਟ 'ਚ ਤੁਸੀਂ ਜਿਹੜਾ ਡਿਗਰੀ ਹੋਲਡਰ ਆ ਉਹਦੇ ਅਕਾਊਂਟ 'ਚ ਟਰਾਂਸਫਰ ਕਰ ਦਿਓ, ਅਤੇ ਗੱਡੀਆਂ ਉਹਨਾਂ ਨੇ ਰਿਲੀਜ਼ ਕਰਤੀਆਂ, ਪ੍ਰੋਪਰਟੀਆਂ ਰਿਲੀਜ਼ ਕਰਤੀਆਂ। ਹੁਣ 16,95,000 ਰੁਪਇਆ ਮਿਲ ਗਿਆ ਜਾਂ ਮਿਲਣਾ ਅਜੇ? ਇਹ 16,95,000 ਦੀ ਕੈਲਕੂਲੇਸ਼ਨ ਅਸੀਂ ਦਿੱਤੀ ਸੀ, ਉਹ ਬਾਅਦ 'ਚ ਕੋਰਟ ਨੇ ਜਿਹੜੀ ਕੈਲਕੂਲੇਸ਼ਨ ਕੀਤੀ ਸੀ ਉਹ 14,85,000 ਹੋਈ ਆ। 2,10,000 ਰੁਪਇਆ ਉਹਨਾਂ ਨੇ ਵਾਪਸ ਕੀਤਾ ਵੀ 2,10,000 ਰੁਪਇਆ ਅਕਾਊਂਟ 'ਚ ਰਹਿ ਜਾਊਗਾ, ਅਤੇ 14,85,000 ਜਿਹੜਾ ਵਾ ਉਹ ਉਹਨਾਂ ਨੂੰ ਆਰਡਰ ਕੀਤੇ ਆ ਵੀ ਉਹ ਮੇਰੇ ਅਕਾਊਂਟ 'ਚ ਟਰਾਂਸਫਰ ਕਰਨਗੇ। ਅਤੇ ਹੁਣ DC ਅੰਮ੍ਰਿਤਸਰ 'ਤੇ ਹੈ 31 ਮਾਰਚ ਜਿਹੜੀ ਅਗਲੀ ਤਰੀਕ ਹੈ, ਅਤੇ DC ਅੰਮ੍ਰਿਤਸਰ 'ਤੇ ਹੈ ਵੀ ਉਹ ਮਤਲਬ ਕਿ ਕਿੱਦਣ ਇਹ ਅਕਾਊਂਟ ਜਿਹੜਾ ਅਮਾਊਂਟ ਜਿਹੜੀ ਆ ਉਹ ਕਦੋਂ ਇਹ ਮੇਰੇ ਅਕਾਊਂਟ 'ਚ ਜਿਹੜੀ ਟਰਾਂਸਫਰ ਕਰਦੇ। ਅੱਛਾ ਵੇਰਕਾ ਸਾਹਿਬ, ਸੱਚਾਈ ਦੀ ਜਿੱਤ ਹੋਈ ਹੈ ਕਹਿ ਸਕਦੇ ਹਾਂ ਆਪਾਂ, ਇਨਸਾਫ ਦੀ ਜਿੱਤ ਹੋਈ ਹੈ, ਕਾਨੂੰਨ ਦੀ ਲੜਾਈ ਲੜੀ ਤੁਸੀਂ। ਪਰ ਮੈਂ ਥੋੜ੍ਹਾ ਜਿਹਾ ਫਿਰ ਉਸੇ ਸਮੇਂ ਦੇ ਵਿੱਚ ਜਾਣਾ ਚਾਹੂੰਗਾ, ਤੁਹਾਨੂੰ ਅਰੈਸਟ ਜਦੋਂ ਕੀਤਾ ਸੀਗਾ ਉਦੋਂ ਫਿਰ ਕਿੱਦਾਂ ਦਾ ਬਿਹੇਵ ਕੀਤਾ ਪੁਲਿਸ ਨੇ ਤੁਹਾਡੇ ਨਾਲ? ਟੌਰਚਰ ਵੀ ਕੀਤਾ ਤੁਹਾਨੂੰ? ਕਿੱਥੋਂ ਤੁਹਾਨੂੰ ਅਰੈਸਟ ਕੀਤਾ ਸੀਗਾ? ਵੇਖੋ ਜਦੋਂ 92 'ਚ ਹੀ ਉਦੋਂ ਘਰੋਂ ਚੱਕਿਆ ਸੀ, ਘਰ ਤੋਂ ਬੁਲਾ ਕੇ ਲੈ ਕੇ ਗਏ, ਸਿਵਲ 'ਚ ਹੀ ਬੰਦੇ ਉਹਨਾਂ ਬੁਲਾਇਆ ਵੀ ਤੁਹਾਨੂੰ ਗੱਲ ਕਰਨੀ ਹੈ, ਬਾਹਰ ਆਓ। ਬਾਹਰ ਗਏ, ਉੱਥੋਂ ਚੱਕ ਲਿਆ। ਫਿਰ ਉਹ ਜਿਉਂ ਉਹਦੇ ਮਤਲਬ ਉਹ ਜਨਵਰੀ ਦਾ ਮਹੀਨਾ ਸੀ ਅਤੇ ਬਿਲਕੁਲ ਮਤਲਬ ਇੰਨੀ ਜ਼ਿਆਦਾ ਠੰਡ ਸੀ ਉਦੋਂ, ਅਤੇ ਸਰੀਰ 'ਤੇ ਇਹਨਾਂ ਨੇ ਕਿੰਨੇ ਦਿਨ ਜਿਹੜਾ ਕੋਈ ਕੱਪੜਾ ਨਹੀਂ ਪਾਉਣ ਦਿੱਤਾ, ਅਤੇ ਇੰਨਾ ਜ਼ਿਆਦਾ ਇੰਟਰੋਗੇਟ ਕੀਤਾ ਸੀ, ਕਰੰਟ ਲਾਏ, ਰੋਲਰ ਫੇਰੇ, ਪੁੱਠੇ ਬਾਹਾਂ ਪਿੱਛੇ ਬੰਨ੍ਹ ਕੇ ਉੱਪਰ ਟੰਗਦੇ ਆ ਉਹ ਮਤਲਬ 3rd ਡਿਗਰੀ ਜੋ ਕਰ ਸਕਦੇ। ਮਤਲਬ ਉਦੋਂ ਤੁਹਾਨੂੰ ਇਹ ਨਹੀਂ ਲੱਗਦਾ ਹੁੰਦਾ ਵੀ ਤੁਸੀਂ ਬਚ ਜਾਓਗੇ, ਇਹੋ ਲੱਗਦਾ ਹੁੰਦਾ ਜਿਸ ਤਰ੍ਹਾਂ ਇਹ ਠੁੱਡੇ ਤੁਹਾਨੂੰ ਮਾਰਦੇ ਜਦੋਂ ਇਹ ਮਤਲਬ ਚੱਡੇ ਪਾੜਦੇ ਜਿਹੜੀਆਂ ਲੱਤਾਂ ਆਪੋਜਿਟ ਡਾਇਰੈਕਸ਼ਨ 'ਚ ਕਰਕੇ, ਅਤੇ ਫਿਰ ਜਦੋਂ ਉੱਤੇ ਚੜ੍ਹਦੇ ਆ 3-3 4-4 ਜਣੇ, ਉਦੋਂ ਤੁਸੀਂ ਇਹ ਸੋਚ ਨਹੀਂ ਸਕਦੇ ਵੀ ਤੁਸੀਂ ਬਚ ਜਾਓਗੇ। ਮਤਲਬ ਉੱਥੇ ਤਾਂ ਜਿਹੜੀ ਉਹ BR ਮਾਡਲ ਸਕੂਲ ਹੀ ਇੱਥੇ ਇੰਟਰੋਗੇਸ਼ਨ ਸੈਂਟਰ, ਉੱਥੇ ਜਿਹੜੀਆਂ ਚੀਕਾਂ ਤੁਹਾਨੂੰ ਆਪਣੀਆਂ ਤਾਂ ਵੱਖਰੀ ਗੱਲ ਹੈ, ਜਦੋਂ ਤੁਸੀਂ ਦੂਜੇ ਕਿਸੇ ਨੂੰ ਇੰਟਰੋਗੇਟ ਕਰਦੇ ਆ ਅਤੇ ਉਹ ਵੱਖ-ਵੱਖ ਕਮਰੇ ਹੁੰਦੇ ਸੀ, ਤੁਹਾਨੂੰ ਬੰਦਾ ਨਹੀਂ ਦਿਖਦਾ ਵੀ ਕਿਹੜਾ ਇੰਟਰੋਗੇਟ ਹੁੰਦੇ ਆ, ਪਰ ਉਹਦੀਆਂ ਚੀਕਾਂ ਉਹ ਪੂਰੀ ਬਿਲਡਿੰਗ 'ਚ ਜਿਹੜੀਆਂ ਹੁੰਦੀਆਂ ਉਹ ਤੁਹਾਨੂੰ ਜਿਹੜੀਆਂ ਸੁਣਨੀਆਂ ਜਿਹੜੀਆਂ ਅੱਜ ਵੀ ਪਤਾ ਲੱਗਦਾ ਵੀ ਉਹ ਕਿਸ ਤਰ੍ਹਾਂ ਦਾ ਇਹਨਾਂ ਨੇ ਕਿੰਨੇ ਜ਼ਾਲਮ ਸੀ। ਆਪਾਂ ਜਿਹੜੀ ਦਰਬਾਰ ਸਾਹਿਬ ਜਾਂਦੇ ਹਾਂ, ਆਪਾਂ ਮੁਸਲਮਾਨਾਂ ਦੇ ਵੇਖੇ ਤਸ਼ੱਦਦ ਦੀਆਂ ਉੱਥੇ ਫੋਟੋਆਂ ਬਣੀਆਂ ਵਾ, ਠੀਕ ਹੈ, ਕਿਵੇਂ ਉਹ ਚਰਖੜੀਆਂ 'ਤੇ ਕਰਦੇ ਆ, ਕਿਵੇਂ ਤੱਤੀਆਂ ਤਵੀਆਂ 'ਤੇ ਜਿਹੜੇ ਗੁਰੂ ਮਹਾਰਾਜ ਨੂੰ ਜਾਂ ਜਿਹੜੇ ਹੋਰ ਸਿੱਖ ਆ ਉਹਨਾਂ ਨੂੰ ਕਿਵੇਂ ਬੱਚਿਆਂ ਦੇ ਸੀਸ ਵੱਢ ਕੇ ਜਿਹੜੇ ਆ ਉਹ ਝੋਲੀਆਂ 'ਚ ਪਾਉਂਦੇ ਆ। ਪਰ ਤੁਸੀਂ ਇੱਥੇ ਵੇਖਿਆ ਹੋਊਗਾ ਵੀ ਇੱਥੇ ਹਜ਼ਾਰਾਂ ਜਿਹੜੇ ਬੱਚੇ ਆ ਜਿਨ੍ਹਾਂ ਦਾ ਪਤਾ ਹੀ ਨਹੀਂ ਗਾ ਵੀ ਉਹ ਕਿੱਥੇ ਗਏ ਆ, ਮਤਲਬ ਕਿ ਨਹਿਰਾਂ 'ਚ ਸੋਟੇ 'ਤੇ ਮਾਰ ਕੇ। ਮਾਂ ਪਿਓ ਉਹ ਟਾਈਮ 'ਤੇ ਜਦੋਂ ਆਪਾਂ ਜ਼ਾਲਮ ਪੂਰਾ ਸਭ ਤੋਂ ਜ਼ਿਆਦਾ ਜ਼ਾਲਮ ਆਪਾਂ ਜਿਹੜਾ ਉਹ ਰਾਜ ਜਿਹੜਾ ਔਰੰਗਜ਼ੇਬ ਦਾ ਅਤੇ ਉਹਨਾਂ ਨੂੰ ਗਿਣਦੇ ਆ, ਉਦੋਂ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਈਆਂ ਵੀ ਹਾਂ ਜੇ ਉਹਨਾਂ ਨੇ ਮਾਰੇ ਵੀ ਆ ਅਤੇ ਮਾਵਾਂ ਦੀਆਂ ਝੋਲੀਆਂ 'ਚ ਪਾ ਦਿੱਤੇ ਆ। ਅਤੇ ਇਹ ਉਹਨਾਂ ਤੋਂ ਵੱਡੇ ਦੁਸ਼ਟ ਹੋ ਗਏ ਵੀ ਜਿਨ੍ਹਾਂ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਅੱਜ ਵੀ ਮਾਵਾਂ ਡਿੱਕਣ ਦੀਆਂ ਵੀ ਉਹਨਾਂ ਦੇ ਬੱਚੇ ਕਿੱਥੇ ਆ। ਪਰ ਕਿਹੜਾ ਸਾਡਾ ਸੰਵਿਧਾਨ ਕੀ ਕਹਿੰਦਾ, ਜਿਹੜਾ ਸਾਡਾ ਕਾਨੂੰਨ ਕੀ ਕਹਿੰਦਾ ਵਾ, ਕਿੰਨੇ ਫੋਲੋ ਕਰਨਾ? ਸਭ ਤੋਂ ਪਹਿਲਾਂ ਇਹਨਾਂ ਫੋਲੋ ਕਰਨਾ ਜਿੰਨਾ ਸੰਵਿਧਾਨ ਦੀ ਸਹੁੰ ਖਾਧੀ ਹੈ, ਜਿਹੜੇ ਨੌਕਰੀਆਂ ਕਰਦੇ ਤਨਖਾਹਾਂ ਲੈਂਦੇ ਆ। ਅਤੇ ਇਹ ਸਾਰੇ ਕੇਸਾਂ 'ਚ ਸਾਡੇ ਵਾਲੇ ਕੇਸ 'ਚ ਵੀ ਕੋਰਟ ਨੇ ਪੂਰੀ ਅਬਜ਼ਰਵੇਸ਼ਨ ਲਿਖੀ ਹੈ, ਇੱਕ 2 ਪੈਰੇ ਲਿਖੇ ਇਹਦੇ 'ਤੇ ਵੀ ਕਿਹਦਾ ਕੰਮ ਆ ਇਹ, ਉਹਨੇ ਵਾਇਲੇਸ਼ਨ ਕੀਤੀ ਆ ਜਿਹਦੀ ਡਿਊਟੀ ਆ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਨਾ। ਫਿਰ ਸਾਡੇ ਵਾਲੇ ਕੇਸ ਦੇ ਵਿੱਚ ਜਦੋਂ 98 ਵਾਲਾ ਕੇਸ ਪਿਆ ਵਾ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਫਿਰ ਹਾਊਸ ਆਫ ਕਾਮਨਜ਼ ਇੰਗਲੈਂਡ ਦਾ ਜਿਹੜਾ ਲੋਅਰ ਹਾਊਸ ਆ, ਉਹਨਾਂ ਨੇ ਚਿੱਠੀਆਂ ਤੱਕ ਲਿਖੀਆਂ ਗੌਰਮੈਂਟ ਨੂੰ ਵੀ ਤੁਸੀਂ ਇਹ ਕਿਉਂ ਕਰਨ ਦੇ ਜੇ, ਇਹਨਾਂ ਦੇ ਖਿਲਾਫ ਕੇਸ ਤੁਸੀਂ ਝੂਠਾ ਪਾਇਆ ਵਾ। ਜਦੋਂ ਇੱਕ ਇਨਕੁਆਇਰੀ 'ਚ ਆ ਗਿਆ ਝੂਠਾ ਅਤੇ ਇਹਨੂੰ ਕੈਂਸਲ ਕਰੋ। ਉਹਦੇ ਬਾਵਜੂਦ ਅਕਾਲੀ ਗੌਰਮੈਂਟ ਨੇ ਕੈਂਸਲ ਨਹੀਂ ਕੀਤਾ। ਸਿੱਖਾਂ ਦੀ ਕਿਹੜੀ ਗੌਰਮੈਂਟ, ਅਸੀਂ ਤਾਂ ਇਹੋ ਹੀ ਕਹਿੰਦੇ ਹਾਂ ਵੀ ਅਕਾਲੀ ਗੌਰਮੈਂਟ ਸਿੱਖਾਂ ਦੀ ਹੈ। ਜਦੋਂ 97 'ਚ ਇਲੈਕਸ਼ਨ ਕੰਪੇਨ ਸ਼ੁਰੂ ਹੋਈ ਆ, ਖਾਲੜਾ ਸਾਹਿਬ ਦੀ ਸ਼ਹੀਦੀ ਕਰਕੇ ਜਿਹੜਾ ਉਹਨਾਂ ਦਾ ਸਾਰਾ ਗਰੁੱਪ ਸੀ ਉਹਨਾਂ ਨੇ ਬਾਦਲ
ਦੇ ਅਕਾਲੀ ਦਲ ਲਈ ਪ੍ਰਚਾਰ ਕੀਤਾ। ਖਾਲੜਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਿਊਮਨ ਰਾਈਟਸ ਵਿੰਗ ਦੇ ਚੇਅਰਮੈਨ ਸੀ, ਠੀਕ ਹੈ। ਉਹਨਾਂ ਦੇ ਕਰਕੇ ਸਰਕਾਰ ਆਈ ਸੀ 97 'ਚ। ਪਰ ਬਾਅਦ 'ਚ ਉਹ ਜਿਹੜੇ ਕਾਤਲ ਪੁਲਿਸ ਅਫਸਰ ਸੀ, ਜਿੰਨੇ ਸਮੇਤ ਸੈਣੀ ਜਾਂ ਯਾਰ ਆਲਮ ਜਾਂ ਉਮਰਾ ਨੰਗਲ, ਇਹ ਸਾਰੇ ਇਹਨਾਂ ਦੇ ਦੋਸਤ ਬਣ ਗਏ। ਅਤੇ ਜਿਹੜੇ ਪੰਜਾਬ 'ਚ ਜਿਨ੍ਹਾਂ ਨੇ ਜਾਤੀਆਂ ਹੋਈਆਂ ਉਹ ਵਿਚਾਰੇ ਜਿਹੜੇ ਆ ਫਿਰ ਰੁਲਣ ਲਈ ਮਜਬੂਰ ਹੋ ਗਏ। ਜਿੰਨੇ ਆਪਾਂ ਕੇਸ ਜਿਹੜੇ CBI ਕੇਸਾਂ 'ਚ ਜਾਂਦੇ ਆ, ਜਿਹੜੇ ਕੇਸ ਲੜਦੇ ਆ, ਉਹਨਾਂ 'ਚ ਆਪਾਂ ਦੇਖਿਆ ਹੀ ਆ ਵੀ ਪਰਿਵਾਰ ਜਿਹੜੇ ਵਿਚਾਰੇ, ਉਹਨਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ। DGP ਪੰਜਾਬ ਅਤੇ ਸਰਕਾਰਾਂ ਭਾਵੇਂ ਉਹ ਅਮਰਿੰਦਰ ਆ ਜਾਂ ਬਾਦਲ ਆ, ਉਹ ਪੁਲਿਸ ਅਫਸਰਾਂ ਦੇ ਨਾਲ ਖੜੇ ਆ ਜਿਨ੍ਹਾਂ ਨੇ ਜਾਤੀਆਂ ਕੀਤਾ, ਜਿਨ੍ਹਾਂ ਮਾਰਿਆ ਵਾ। ਜਦੋਂ ਕਿ ਇਹਨਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਉਹਨਾਂ ਦੇ ਹਾਲ 'ਤੇ ਛੱਡ ਦਿਓ, ਅਦਾਲਤ ਜੋ ਫੈਸਲਾ ਕਰੂ ਠੀਕ ਹੈ। ਜੇ ਸਜ਼ਾ ਵੀ ਹੁੰਦੇ ਆ ਅਤੇ ਫਿਰ ਇਹ ਮਾਫੀਆਂ ਦਿੰਦੇ ਆ। ਹੁਣ ਤੁਸੀਂ 4 ਦਿਨ ਪਹਿਲਾਂ ਜਿਹੜਾ ਜਸਟਿਸ ਅਨੂਪਿੰਦਰ ਗਰੇਵਾਲ ਵਾਲਾ ਆਰਡਰ ਵੇਖੋ ਵੀ ਜਿਹੜਾ SSP ਗੁਰਦਾਸਪੁਰ, ਉਹ ਸਜ਼ਾ ਹੋਇਆ ਇੱਕ ਕੇਸ 'ਚ, ਸੋਹਲ ਜਿਹੜਾ ਉਹ ਸਜ਼ਾ ਹੋਇਆ ਵਾ, ਉਹਦੇ ਬਾਵਜੂਦ ਉਹਨੂੰ SSP ਲਾਇਆ ਵਾ। ਉਹ ਸਾਡੇ ਇੱਕ ਕੇਸ 'ਚ ਭੁਪਿੰਦਰਜੀਤ ਵਿਰਕ ਜਿਹੜਾ ਵਾ ਉਹ ਦੋਸ਼ੀ ਆ CBI ਕੇਸ 'ਚ, ਉਹ SSP ਬਠਿੰਡਾ ਲੱਗਾ ਵਾ। ਇਸੇ ਤਰ੍ਹਾਂ ਹੀ ਜਿਹੜੀਆਂ ਸਾਰੇ ਜਿਹੜੀ ਇੱਕ ਪੂਰੀ ਪੰਜਾਬ ਪੁਲਿਸ ਦਾ ਜਿਹੜਾ ਤਾਣਾ ਬਾਣਾ ਜਿਹੜਾ ਨਾ, ਉਹ ਸਾਰਾ ਉਹਨਾਂ ਅਫਸਰਾਂ 'ਤੇ ਨਿਰਭਰ ਆ ਜਿਹੜੇ ਆਪ ਕ੍ਰਿਮੀਨਲ ਸੋਚ ਰੱਖਦੇ ਆ ਅਤੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਵਾ। ਅੱਛਾ ਵਿਰਕਾ ਸਾਹਿਬ, ਜਿਵੇਂ ਤੁਸੀਂ ਤਾਂ ਵਕੀਲ ਸੀਗੇ, ਚਲੋ ਇਹ ਲੜਾਈ ਲੜ ਲਈ, ਪਰ ਫਿਰ ਵੀ ਇੱਕ ਇਨਸਾਨੀ ਤੌਰ ਦੇ ਉੱਤੇ ਇੰਨੀ ਪਰੇਸ਼ਾਨੀ ਝੱਲਣੀ, ਤੁਹਾਡਾ ਕਰੀਅਰ ਖਰਾਬ ਹੋਇਆ, ਅਮਰੀਕਾ ਪੜ੍ਹਾਈ ਕਰਨ ਲਈ ਜਾਣਾ ਸੀਗਾ, ਜਾਂ ਇੱਥੇ ਪਰਿਵਾਰ ਪਰੇਸ਼ਾਨੀ ਦੇ ਵਿੱਚ ਆਇਆ, ਤਾਂ ਉਦੋਂ ਮਨ ਨਹੀਂ ਸੀ ਡੋਲਦਾ ਯਾਰ ਵੀ ਮੈਂ ਕਿਸ ਚੱਕਰ ਦੇ ਵਿੱਚ ਫਸ ਗਿਆ, ਮੈਂ ਕੀ ਕਰੂੰਗਾ ਹੁਣ? ਉਹ ਸਮਾਂ ਕਿੱਦਾਂ ਲੰਘਾਇਆ ਫਿਰ? ਵੇਖੋ, ਉਸ ਤਰ੍ਹਾਂ ਜੇ ਆਪਾਂ ਰੱਬ ਨੂੰ ਨਾ ਮੰਨਦੇ ਹੋਈਏ, ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਉਹ ਜਿਹੜੀ ਆ ਬਾਣੀ ਨੂੰ ਨਾ ਆਪਾਂ ਸੁਣਦੇ ਹੋਈਏ ਅਤੇ ਨਾ ਉਹਦੇ 'ਤੇ ਅਮਲ ਕਰਦੇ ਹੋਈਏ, ਫਿਰ ਸਾਡੇ ਕੋਲ ਦੂਜਾ ਰਸਤਾ ਬਚ ਜਾਂਦਾ ਵਾ ਵੀ ਅਸੀਂ ਇਹਨਾਂ ਨਾਲ ਕਿਵੇਂ ਚੱਲਣਾ ਵਾ। ਜ਼ਿਆਦਾਤਰ ਇਹੋ ਹੀ ਹੋਇਆ। ਅਤੇ ਇਸ ਕਰਕੇ ਆਪਾਂ ਨੂੰ ਜ਼ਿਆਦਾ ਤਾਂ ਜਿਹੜੀ ਸਿੱਖਿਆ ਵਾ ਇਹੋ ਆਪਣੇ ਜੋ ਗੁਰੂਆਂ ਨੇ ਆਪਣੇ ਨੇ ਦਿੱਤੀ ਹੈ ਵੀ ਆਪਾਂ ਲੜਾਈ ਲੜਨੀ ਹੈ। ਉਹਨਾਂ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਆਪਾਂ ਤਾਂ ਇੱਕ ਡਿਊਟੀ ਜਿਹੜੀ ਆਪਣੀ ਲੀਗਲ ਡਿਊਟੀ ਸੀ ਉਹਨੂੰ ਕਰਦੇ ਰਹੇ ਹਾਂ, ਠੀਕ ਹੈ। ਜਿਸ ਤਰ੍ਹਾਂ ਸਾਡੇ ਨਾਲ ਹੁੰਦਾ ਸੀ ਅਤੇ ਸਾਨੂੰ ਪਤਾ ਸੀ ਕੀ ਇਹ ਕਰਦੇ ਆ। ਆਪਾਂ ਆਪਣੇ ਲਈ ਨਹੀਂ, ਅਸੀਂ ਪੰਜਾਬ 'ਚ ਸੈਂਕੜੇ ਕੇਸ ਲੜੇ ਆ ਅਤੇ ਸਜ਼ਾ ਕਰਾਈਆਂ ਵਾ। ਅਤੇ ਉਹ ਸਾਡੇ ਨਾਲ ਤਾਂ ਇਹਨਾਂ ਦੀ ਸਾਡੀ ਕੋਈ ਪੰਜਾਬ ਪੁਲਿਸ ਨਾਲ ਕੋਈ ਵੰਡ ਵਿਹਾਰ ਨਹੀਂ ਗਾ। ਸਾਡਾ ਵੰਡ ਵਿਹਾਰ ਇਹ ਹੈ ਵੀ ਅਸੀਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੀ ਗੱਲ ਕਰਦੇ ਹਾਂ ਅਤੇ ਇਹ ਜਾਤੀਆਂ ਕਰਦੇ ਸੀ। ਇਹਨਾਂ ਨੂੰ ਲੱਗਦਾ ਸੀ ਵੀ ਇਹ ਸਾਨੂੰ ਜਿਹੜਾ ਵਾ ਸਾਡੇ ਕੇਸਾਂ 'ਚ ਜੇ ਇਹ ਨਾ ਖਲੋਤੇ ਹੋਣ ਤਾਂ ਅਸੀਂ ਬਚ ਸਕਦੇ ਹਾਂ। ਇਹ ਗੱਲ ਕਰਕੇ ਜਿਹੜਾ ਵਾ ਉਹ ਇਹੋ ਲੜਾਈ ਸੀ ਸਾਡੀ ਇਹਨਾਂ ਨਾਲ। ਪਰ ਅਸੀਂ ਪਰਮਾਤਮਾ ਦੀ ਕਿਰਪਾ ਵੀ ਅਖੀਰ ਜਿੱਤ ਜਿਹੜੀ ਉਹ ਸੱਚਾਈ ਦੀ ਹੁੰਦੀ ਹਮੇਸ਼ਾ ਹੀ। ਅਤੇ ਸਾਰੇ ਕੇਸਾਂ 'ਚ ਇਹ ਸਜ਼ਾ ਹੀ ਹੋਏ ਆ, ਭਾਵੇਂ ਇੰਸਪੈਕਟਰ ਨਿਰੰਗ ਸਿੰਘ ਵਾਲਾ ਹੋਵੇ ਕੇਸ ਜਾਂ DIG ਕੁਲਤਾਰ ਸਿੰਘ ਵਾਲਾ ਹੋਵੇ। ਤੁਸੀਂ DGP ਦਾ ਜ਼ਿਕਰ ਵੀ ਕੀਤਾ ਹੈ, ਬਹੁਤ ਸਾਰੇ ਕੇਸਾਂ ਦਾ ਜ਼ਿਕਰ ਵੀ ਕੀਤਾ ਹੈ, ਪਰ ਤੁਹਾਡੀ ਜਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਦੀ ਗੱਡੀ ਅਟੈਚ ਕਰਵਾਈ, ਪੰਜਾਬ ਦੇ DGP ਸਾਰੀ ਪੁਲਿਸ ਫੋਰਸ ਉਹਨਾਂ ਦੇ ਕੋਲ ਹੈ, ਗੱਡੀ ਤੱਕ ਅਟੈਚ ਕਰਵਾ ਦਿੱਤੀ, ਹਾਲਾਂਕਿ ਬਾਅਦ 'ਚੋਂ ਰਿਲੀਜ਼ ਕਰਵਾ ਲਈ ਗਈ। ਤੁਹਾਡਾ ਕੰਪਨਸੇਸ਼ਨ ਦੀ ਜਿਹੜੀ ਰਾਸ਼ੀ ਹੈ ਉਹ ਅਕਾਊਂਟ ਦੇ ਵਿੱਚ ਜਿਹੜਾ ਕੋਰਟ ਦੇ ਕੋਲ ਪਹੁੰਚ ਗਈ ਜਦੋਂ, ਤਾਂ ਉਦੋਂ ਤੁਹਾਨੂੰ ਡਰ ਨਹੀਂ ਲੱਗਦਾ ਸੀਗਾ ਵੀ ਮੈਂ ਪੰਜਾਬ ਦੇ DGP ਦੇ ਨਾਲ ਸਿੱਧਾ ਪੰਗਾ ਲੈ ਰਿਹਾ? ਨਹੀਂ, ਡਰ ਕਾਹਦਾ? ਜਦੋਂ ਤੁਸੀਂ ਇਹ ਸੱਚੇ ਹੋ ਫਿਰ ਤੁਹਾਨੂੰ ਡਰ ਨਹੀਂ ਹੁੰਦਾ। ਆਪਾਂ ਕੋਈ ਗਲਤ ਕੰਮ ਕਰਾਂਗੇ ਇਹ ਸਾਨੂੰ ਫੜਨਗੇ। ਤੁਹਾਨੂੰ ਮੈਂ ਦੱਸਦਾ ਵੀ ਜਦੋਂ DIG ਕੁਲਤਾਰ ਸਿੰਘ ਵਾਲਾ ਕੇਸ ਸੀ ਅਤੇ ਸਮੇਤ ਸੈਣੀ ਉਦੋਂ ਡਾਇਰੈਕਟਰ ਵਿਜੀਲੈਂਸ ਸੀ, ਅਤੇ ਇਸੇ ਦਫ਼ਤਰ ਦੇ ਵਿੱਚ SSP ਵਿਜੀਲੈਂਸ ਮੇਰੇ ਕੋਲ ਆਇਆ ਸੀ। ਉਹਨੇ ਮੈਨੂੰ ਆ ਕੇ ਕਨਫੈਸ ਕੀਤਾ ਵੀ ਉਹਨੇ 1 ਸਾਲ ਮੇਰਾ ਫੋਨ ਟੇਪ ਕੀਤਾ, ਕਿਉਂਕਿ ਸਮੇਤ ਸੈਣੀ ਇਹ ਚਾਹੁੰਦਾ ਸੀ ਵੀ ਮੈਂ ਉਹਦੇ ਕੋਲ ਜਾਵਾਂ, ਨਾ ਕਿ ਉਹ ਮੇਰੇ ਕੋਲ ਆਵੇ, ਠੀਕ ਹੈ, ਉਹ ਕੇਸ ਦੀ ਫਰਮਾਇਸ਼ ਕਰਨ ਲਈ। ਕਿਉਂਕਿ ਜਿਹੜਾ ਕੁਲਤਾਰ ਸਿੰਘ ਆ, ਸਮੇਤ ਸੈਣੀ ਦਾ ਜਿਹੜਾ ਸੈਣੀ ਮੋਟਰ ਵਾਲਾ ਕੇਸ ਆ ਜਿਹੜਾ ਦਿੱਲੀ ਚੱਲਦਾ ਵਾ, ਕੁਲਤਾਰ ਸਿੰਘ ਉਹਦੀ ਡਿਫੈਂਸ ਆ। ਕਿਉਂਕਿ ਕੁਲਤਾਰ ਸਿੰਘ ਨੇ ਉਹਦੇ 'ਚ ਇੱਕ ਜਿਹੜਾ ਇਨਕੁਆਇਰੀ ਰਿਪੋਰਟ ਸਬਮਿਟ ਕੀਤੀ ਸੀ ਵੀ ਉਹ ਬੰਦੇ ਨੇ ਵੇਖੇ ਆ, ਉਹ ਧਰਮਸ਼ਾਲਾ ਕੇ ਹੋਟਲ 'ਚ ਠਹਿਰੇ ਸੀ। ਕਿ ਜੇ ਸੈਣੀ ਕੁਲਤਾਰ ਸਿੰਘ ਦੀ ਸਜ਼ਾ ਹੋ ਜਾਂਦਾ ਤਾਂ ਸੈਣੀ ਉੱਧਰ ਸਜ਼ਾ ਹੋ ਜਾਂਦਾ ਆਪਣੇ ਆਪ ਹੀ। ਅਤੇ ਇਹ ਮੇਰੇ ਕੋਲ ਇੱਥੇ ਆਇਆ ਅਤੇ ਉਹਨੇ ਕਿਹਾ ਮਿਸਾਲ ਇੱਕ ਉਹ ਵੀਡੀਓ ਸਾਰੀ ਕੋਰਟ 'ਚ ਲਾਈ ਮੈਂ ਵੀ ਕਿਵੇਂ ਮੇਰਾ ਫੋਨ ਟੇਪ ਕਰਦੇ ਰਹੇ ਅਨਆਫੀਸ਼ੀਅਲੀ, ਵੀ ਇਹ ਵੇਖਦੇ ਰਹੇ ਵੀ ਮੈਂ ਕੋਈ ਗਲਤੀ ਕਰਾਂ। ਨਾ ਆਪਾਂ ਨੂੰ ਕੋਈ ਲਾਲਚ ਪੈਸੇ ਦਾ, ਨਾ ਕੋਈ ਪ੍ਰੋਪਰਟੀ ਦਾ, ਨਾ ਆਪਾਂ ਗਲਤ ਕਰੀਏ, ਨਾ ਆਪਣਾ ਕਰੈਕਟਰ 'ਤੇ ਕੋਈ ਇਲਜ਼ਾਮ ਹੈ। ਅਤੇ ਇਸ ਕਰਕੇ ਜਿਹੜਾ ਇਹਨਾਂ ਦੇ ਕਿਉਂਕਿ ਤੁਸੀਂ ਬਿਲਕੁਲ ਝੂਠਾ ਇਹਨਾਂ 2 ਵਾਰੀ ਬਣਾ ਕੇ ਵੇਖ ਲਿਆ ਸੀ, ਅਤੇ ਤੀਜੀ ਵਾਰੀ ਤੇ ਜੇ ਮੈਂ ਕੋਈ ਗਲਤ ਕੰਮ ਕਰੂੰਗਾ ਤਾਂ ਫਿਰ ਹੀ ਫੜਨਗੇ, ਠੀਕ ਹੈ। ਆਪਣਾ ਸਾਰਾ ਕੁਝ ਓਪਨ ਆ, ਇਸ ਕਰਕੇ ਜਿਹੜਾ ਇਹਨਾਂ ਨੂੰ ਉਹ ਮੌਕਾ ਨਹੀਂ ਮਿਲਿਆ। ਜਦੋਂ 10 ਨੰਬਰ ਹੀ ਤੁਹਾਨੂੰ ਬਣਾਇਆ ਥਾਣੇ ਦੇ ਵਿੱਚ, ਤੁਹਾਡੀ ਤਸਵੀਰ ਲਾ ਦਿੱਤੀ, ਕਿਵੇਂ ਪਤਾ ਲੱਗਾ ਵੀ ਮੇਰੇ ਨਾਲ ਹੁਣ ਆ ਵੀ ਕੰਮ ਕਰ ਦਿੱਤਾ ਪੁਲਿਸ ਨੇ, ਮੈਨੂੰ 10 ਨੰਬਰੀ ਤੱਕ ਮੇਰੇ ਨਾਂ ਦੇ ਨਾਲ ਜੋੜ ਦਿੱਤਾ? ਉਦੋਂ ਰਿਐਕਸ਼ਨ ਕੀ ਸੀ, ਪਤਾ ਕਿਵੇਂ ਲੱਗਾ? ਵੇਖੋ, ਮੈਨੂੰ ਜਿਹੜਾ ਇਲਾਕੇ 'ਚ ਸਾਡੇ 'ਚ ਸਾਰੇ ਜਣੇ ਇੱਜ਼ਤ ਦਿੰਦੇ ਆ, ਸਾਰੇ ਜਣੇ ਚਲੋ ਪਿਆਰ ਕਰਦੇ ਆ, ਅਤੇ ਜਿਹੜੇ ਜਦੋਂ ਥਾਣੇ 'ਚ ਮੋਹਤਬਰ ਬੰਦੇ ਜਾਂਦੇ ਹੈਗੇ ਫੈਸਲੇ ਲਈ, ਉਹਨਾਂ ਨੇ ਆ ਕੇ ਦੱਸਿਆ ਵੀ ਤੁਹਾਡੀ ਤਾਂ ਫੋਟੋ ਲੱਗੀ ਥਾਣੇ 'ਚ। ਉੱਥੇ ਉਹ ਚੋਰਾਂ ਦੀ ਫੋਟੋ ਲੱਗੀ, ਉੱਪਰ ਲਿਖਿਆ ਭੈੜੇ ਪੁਰਸ਼, ਅਤੇ ਥੱਲੇ ਫੋਟੋਆਂ ਲੱਗੀਆਂ। ਫਿਰ ਮੈਂ ਉਹਦੀ ਵੀਡੀਓਗ੍ਰਾਫੀ ਕਰਾਈ। ਮੈਂ ਕਿਸੇ ਪੱਤਰਕਾਰ ਵੀਰ ਨੂੰ ਭੇਜਿਆ ਵੀ ਤੂੰ ਉਹ ਜਾ ਕੇ ਤੇ ਵੀਡੀਓ ਬਣਾ ਕੇ ਲਿਆ, ਕਿਉਂਕਿ ਮੈਨੂੰ ਤਾਂ ਇੰਨਾ ਜਾਣ ਨਹੀਂ ਦੇਣਾ, ਬਣਾਉਣ ਨਹੀਂ ਦੇਣੀ। ਫਿਰ ਉੱਥੇ ਲੱਗੀ, ਉਹ ਲੈ ਕੇ ਫਿਰ ਮੈਂ ਹਾਈ ਕੋਰਟ ਲਾਈ ਵੀ ਇਹ ਵੇਖੋ ਇਹਨਾਂ ਨੇ ਵੀ ਜਿਹੜਾ ਇੱਕ ਪਹਿਲੀ ਗੱਲ ਤਾਂ ਮੇਰੀ ਐਜੂਕੇਸ਼ਨ, ਦੂਸਰੀ ਗੱਲ ਵੀ ਮੈਂ ਕਿਸੇ ਕੇਸ 'ਚ ਸਜ਼ਾ ਨਹੀਂ ਹੋਇਆ,
ਠੀਕ ਹੈ। ਫਿਰ ਜਿਹੜਾ ਕਾਨੂੰਨ 10 ਨੰਬਰੀ ਹੈ ਜਿਹੜਾ ਰਜਿਸਟਰ 10 ਜਿਹੜਾ ਮੇਨਟੇਨ ਕਰਨਾ ਹੁੰਦਾ, ਉਹਦੇ ਵਿੱਚ ਇੱਕ ਪੁਲਿਸ ਰੂਲ ਦੇ ਵਿੱਚ ਉਹਦਾ ਪੂਰਾ ਪ੍ਰੋਸੀਜਰ ਆ ਵੀ ਉਹ ਸਾਰੀਆਂ ਚੀਜ਼ਾਂ ਤੁਸੀਂ ਕਿਵੇਂ ਉਹਨੂੰ, ਇਹ ਥੋੜ੍ਹੀ ਵੀ ਮੈਂ ਇੱਕ ਕਾਨੂੰਨ ਜਿਹੜਾ ਵਾ ਉਹ ਫੋਲੋ ਕਰਦੇ ਆ, ਕਾਨੂੰਨ ਮੁਤਾਬਕ ਕਾਰਵਾਈ ਕਰਦੇ ਆ, ਤਾਂ ਤੁਸੀਂ ਮੇਰੇ 'ਤੇ ਸਭ ਜਾਤੀਆਂ ਤੋਂ ਜਾਤੀਆਂ ਕਰੀ ਜਾਓ। ਇਹਨਾਂ ਨੂੰ ਜਿਹੜਾ 10 ਲੱਖ ਰੁਪਈਆ ਜਾਂ 15 ਲੱਖ ਰੁਪਈਆ ਪਿਆ ਨਾ, ਉਹ ਇਹਨਾਂ ਨੂੰ ਇਹਨਾਂ ਕਰਤੂਤਾਂ ਕਰਕੇ ਪਿਆ ਵਾ। ਮਤਲਬ ਇਹ ਇੱਕ ਜੇ ਸ਼ਾਇਦ ਇਹ ਮੈਨੂੰ ਉਹੋ ਜਿਹੀ ਚੀਜ਼ਾਂ ਨਾ ਕਰਦੇ, ਸ਼ਾਇਦ ਮੈਂ ਕੇਸ ਵੀ ਪਾਤੇ ਸੀ, ਉਹ ਵੀ ਨਹੀਂ ਮੈਂ ਸ਼ਾਇਦ ਇਹਨਾਂ 'ਤੇ ਕੇਸ ਕਰਦਾ ਵੀ ਮੈਨੂੰ ਕੰਪਨਸੇਸ਼ਨ ਚਾਹੀਦਾ। ਸਾਰਾ ਕੋਈ ਸੀਨ ਨਾ ਵੀ ਹੁੰਦਾ, ਮੈਨੂੰ ਲੱਗਦਾ ਅੱਜ ਅਮਰੀਕਾ ਬੈਠੇ ਹੁੰਦੇ। ਨਹੀਂ, ਚਲੋ ਇਹ ਤਾਂ ਪਰਮਾਤਮਾ ਨੇ ਕਰਨਾ ਹੁੰਦਾ। ਸ਼ਾਇਦ ਇਹ ਲੜਾਈ ਜੇ 84 ਜੇ 92 ਜੇ ਨਾ ਚੁੱਕਦੇ ਤੇ ਸ਼ਾਇਦ ਮੈਂ ਅਮਰੀਕਾ ਬੈਠਾ ਹੁੰਦਾ, ਤੇ ਸ਼ਾਇਦ ਇੰਨੇ ਕੇਸਾਂ 'ਚ ਨਾ ਲੋਕਾਂ ਦੀ ਮਦਦ ਕਰ ਸਕਦਾ। ਇਹ ਸਾਰੀਆਂ ਚੀਜ਼ਾਂ ਇਹਦੀਆਂ ਦੋਵੇਂ ਪੱਖ ਜਿਹੜੇ ਹੁੰਦੇ ਆ, ਤੇ ਸ਼ਾਇਦ ਪਰਮਾਤਮਾ ਨੂੰ ਇਸੇ ਵਿੱਚ ਜਿਹੜੀ ਹੈ ਸ਼ਾਇਦ ਇਸੇ ਗੱਲ ਦੀ ਜਿਹੜੀ ਹੈਗੀ ਸੀ ਵੀ ਅਸੀਂ ਇੱਥੇ ਰਹਿਣਾ ਸੀ ਤੇ ਅਸੀਂ ਲੋਕਾਂ ਦੇ ਲਈ ਲੜਾਈ ਲੜਨੀ ਸੀ। ਸ਼ਾਇਦ ਇਹ 92 ਦਾ ਕੇਸ ਇਹਨੂੰ ਮਾੜੇ ਪੱਖੋਂ ਨਹੀਂ ਵੇਖ ਸਕਦੇ ਆਪਾਂ, ਦੂਜੇ ਬੰਨੇ ਚੰਗੇ ਪੱਖੋਂ ਵੀ ਜਿੰਨੇ ਕੇਸਾਂ 'ਚ ਲੋਕ ਆ ਜਿਨ੍ਹਾਂ ਵਿਚਾਰਿਆਂ ਦੇ ਗਰੀਬ ਬੰਦੇ ਜਿਨ੍ਹਾਂ ਦੇ ਬੱਚੇ ਮਾਰਤੇ ਆ, ਜਦੋਂ ਸਜ਼ਾ ਹੁੰਦੇ ਆ ਉਦੋਂ ਉਹ ਸਾਨੂੰ ਜਿਹੜੀਆਂ ਸੀਸਾਂ ਦਿੰਦੇ ਆ, ਉਹ ਕਹਿੰਦੇ ਵੀ ਤੁਹਾਡੇ ਬਗੈਰ ਇਹ ਕੋਈ ਨਹੀਂ ਕਰ ਸਕਦਾ। ਤੇ ਸਾਨੂੰ ਉਦੋਂ ਲੱਗਦਾ ਵੀ ਨਹੀਂ, ਅਸੀਂ ਬਿਲਕੁਲ ਇਹਨਾਂ ਨੇ ਪੁਲਿਸ ਨੇ ਉਹ ਕੇਸ ਪੁਲਿਸ ਕਰਕੇ ਨਹੀਂ, ਸ਼ਾਇਦ ਕੁਦਰਤ ਨੇ ਇਹਨਾਂ ਤੋਂ ਪਵਾਤਾ, ਤਾਂ ਹੀ ਅਸੀਂ ਇੱਥੇ ਆ ਤੇ ਇਹਨਾਂ ਲਈ ਕੇਸ ਲੜਨ ਦੇ ਆ। ਅੱਛਾ, ਹਰ ਵਕੀਲ ਦੀ ਜਿਹੜੀ ਪਹਿਲੀ ਗੱਲ ਹੁੰਦੀ ਹੈ ਫੀਸਾਂ, ਤੇ ਤੁਹਾਡੀ ਤਾਂ ਗੱਲ ਅਸੀਸਾਂ 'ਤੇ ਮੁੱਕਦੀ ਹੈ। ਕਹਿੰਦੇ ਫੀਸ ਵੀ ਨਹੀਂ ਲੈਂਦੇ ਤੁਸੀਂ, ਬਹੁਤ ਸਾਰੇ ਕੇਸ ਇੱਦਾਂ ਦੇ ਲੜ ਵੀ ਰਹੇ ਹੋ। ਵੇਖੋ, ਮੈਂ ਅੱਜ ਤੱਕ ਇੱਕ ਵੀ ਕੇਸ ਫੀਸ ਵਾਲਾ ਨਹੀਂ ਲਿਆ, ਠੀਕ ਹੈ। ਹਾਂ, ਕਈ ਕੇਸਾਂ ਜਿਵੇਂ ਬੈਂਸ ਸਾਹਿਬ ਜਾਂ ਦੂਜੇ ਵਕੀਲ ਸੀਨੀਅਰ ਵਕੀਲ ਜਿਹੜੇ ਆ, ਉਹਨਾਂ 'ਚ ਜਿਹੜੇ ਆ ਉਹਨਾਂ ਦਾ ਆਪਣਾ ਪ੍ਰੋਫੈਸ਼ਨ ਆ, ਉਹ ਕੀ ਕਰਦੇ ਆ। ਜਿਹੜੇ ਲੋਕਲ ਵਕੀਲ ਆ, ਜ਼ਿਆਦਾ ਮੈਂ ਹਮੇਸ਼ਾ ਇੱਕ ਵੀ ਕੇਸ ਇਹੋ ਜਿਹਾ ਨਹੀਂ ਗਾ ਜਿਹਦੇ ਵਿੱਚ ਮੈਂ ਫੀਸ ਲਈ ਹੋਵੇ। ਮੈਂ ਵਲੰਟਰਲੀ ਕੰਮ ਕਰਦਾ, ਪਰਮਾਤਮਾ ਨੇ ਦਿੱਤਾ ਬਿਜ਼ਨਸ ਹੈਗਾ ਵਾ, ਅਤੇ ਕੋਈ ਰੈਂਟਡ ਇਨਕਮ ਹੈਗੀ ਹੈ, ਅਤੇ ਇਸ ਕਰਕੇ ਉੱਧਰੋਂ ਚੱਲੀ ਜਾਂਦਾ ਵਾ, ਅਤੇ ਬੱਚੇ ਵੈਲ ਸੈਟਲਡ ਆ, ਕੋਈ ਇਹੋ ਜਿਹੀ ਗੱਲ ਨਹੀਂ, ਅਤੇ ਕੋਈ ਲੋੜ ਵੀ ਨਹੀਂ। ਅੱਗੇ ਵੀ ਮੈਨੂੰ ਲੱਗਦਾ ਵੀ ਜਿਹੜਾ ਜ਼ਿਆਦਾ ਔਖਾ ਟਾਈਮ ਜਦੋਂ ਤੁਹਾਨੂੰ ਪੈਸੇ ਚਾਹੀਦੇ ਹੁੰਦੇ ਉਹ ਨਿਕਲ ਗਿਆ। ਹੁਣ ਅੱਗੇ ਵੈਸੇ ਨਹੀਂ ਲੋੜ ਪੈਂਦੀ, ਹੁਣ ਅਗਲੀ ਤਾਂ ਫਰੀ ਲੜਾਂਗੇ ਹੀ। ਹੁਣ ਇੱਕ ਹਿਸਟਰੀ ਹੋਊਗੀ ਵੀ ਆਪਾਂ ਸਾਰੀ ਵਕਾਲਤ ਜਿਹੜੀ ਉਹ ਫਰੀ ਦੀ ਕੀਤੀ ਹੈ। ਕਿਆ ਬਾਤ ਹੈ, ਬਹੁਤ ਵੱਡੀ ਗੱਲ ਹੈ, ਕਿਉਂਕਿ ਅੱਜ ਹਰ ਇਨਸਾਨ ਜੇ ਕੁਝ ਕਿਰਤ ਕਰਦਾ ਹੈ ਤਾਂ ਉਹ ਆਸ ਇਹੀ ਹੁੰਦੀ ਵੀ ਸ਼ਾਮ ਨੂੰ ਮੈਨੂੰ ਮੇਰੀ ਮਜ਼ਦੂਰੀ ਦੇ ਪੈਸੇ ਮਿਲਣ ਜਾਂ ਮਹੀਨੇ ਬਾਅਦ ਮੈਨੂੰ ਮੇਰੀ ਤਨਖਾਹ ਮਿਲੇ। ਤਾਂ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਉਹ ਇਨਸਾਨ ਨੇ ਜਿਨ੍ਹਾਂ ਨੇ ਨਾ ਸਿਰਫ ਆਪਣੀ ਲੜਾਈ ਬੜੀ ਹਿੰਮਤ ਦੇ ਨਾਲ ਲੜੀ, ਕਾਨੂੰਨ ਲੜਾਈ ਲੜੀ ਔਰ ਜਿੱਤ ਵੀ ਦਰਜ ਕੀਤੀ ਹੈ। ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦੇ ਅਫਸਰਾਂ ਦੇ ਵੀ ਨਾਂ ਲਏ ਉਹਨਾਂ ਨੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਟੌਰਚਰ ਕੀਤਾ, 3rd ਡਿਗਰੀ ਤੱਕ ਦਾ ਟੌਰਚਰ ਕੀਤਾ। ਪਰ ਹੁਣ ਸੱਚਾਈ ਦੀ ਕਹਿੰਦੇ ਜਿੱਤ ਹੋਈ ਆ, ਔਰ ਜਿਹੜੀ ਰਾਸ਼ੀ ਹੈ ਉਹ ਸਰਕਾਰ ਦੇ ਖਾਤੇ 'ਚ ਉਹਨਾਂ ਦੇ ਪੁਲਿਸ ਅਫਸਰਾਂ ਦੀਆਂ ਤਨਖਾਹਾਂ ਦੇ ਵਿੱਚੋਂ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੂੰ ਮਿਲਣ ਜਾ ਰਹੀ ਹੈ ਬਤੌਰ ਕੰਪਨਸੇਸ਼ਨ ਦੇ। ਆਖਰੀ ਸਵਾਲ ਲਊਂਗਾ, ਸੰਤੁਸ਼ਟ ਹੋ ਆਪਣੀ ਵਕਾਲਤ ਤੋਂ ਜਿਸ ਤਰੀਕੇ ਨਾਲ ਤੁਸੀਂ ਕੀਤੀ, ਜਾਂ ਜਿਹੜੀ ਇਨਸਾਫ ਦੀ ਲੜਾਈ ਤੁਸੀਂ ਖੁਦ ਲੜੀ ਔਰ ਜੋ ਅਦਾਲਤ ਦਾ ਫੈਸਲਾ ਆਇਆ? ਗੱਲ ਪੈਸੇ ਦੀ ਨਹੀਂ ਹੈ, ਤੇ ਗੱਲ ਸਿਰਫ ਮੈਨੂੰ ਲੱਗਦਾ ਹੋਂਦ ਦੀ ਹੈ ਔਰ ਇਨਸਾਫ ਦੀ ਸੀ। ਬਿਲਕੁਲ, ਜਿਹੜਾ ਇੱਕ ਇਹ ਹਿਸਟਰੀ, ਇੱਕ ਲੈਸਨ, ਇੱਕ ਜੱਜਮੈਂਟ ਜਿਹੜੀ ਹੈ ਕੰਪਨਸੇਸ਼ਨ ਦੀ, ਕਿਉਂਕਿ ਜਦੋਂ ਮੈਂ ਸਾਡੇ ਆਰਗੂਮੈਂਟ ਚੱਲਦੇ ਸੀ ਕੰਪਨਸੇਸ਼ਨ 'ਚ, ਕੋਰਟ 'ਚ ਆਪਾਂ ਦੱਸਣਾ ਹੁੰਦਾ ਵੀ ਕਿੰਨੇ ਪੈਸੇ ਸਾਨੂੰ ਮਿਲਣੇ ਚਾਹੀਦੇ ਅਤੇ ਕਿਉਂ ਮਿਲਣੇ ਚਾਹੀਦੇ ਆ, ਇੱਕ ਜੱਜਮੈਂਟ ਦੇਣੀ ਪੈਂਦੀ ਹੈ। ਉਹ ਸਾਨੂੰ ਪੂਰੀ ਇੰਡੀਅਨ ਜਿਹੜੀ ਸਾਰਾ ਜਿੰਨਾ ਵੀ ਜੱਜਮੈਂਟਸ ਆ, ਉਹ ਸਾਨੂੰ ਕੋਈ ਜੱਜਮੈਂਟ ਨਹੀਂ ਲੱਭਦੀ ਵੀ ਜਿਹਦੇ 'ਚ 10 ਲੱਖ ਹੋਵੇ। ਖਾਲੜਾ ਸਾਹਿਬ ਦੇ ਕੇਸ 'ਚ ਡੈਥ ਕੇਸ ਸੀ, 10 ਲੱਖ ਰੁਪਈਆ ਮਿਲਿਆ ਸੀ ਮੈਡਮ ਖਾਲੜਾ ਨੂੰ। ਜਿਹੜਾ ਕੁਲਵੰਤ ਸਿੰਘ ਜਿਹੜਾ ਵਕੀਲ ਸੀ, ਉਹਨਾਂ ਦੀ ਵਾਈਫ ਅਤੇ ਬੱਚਾ ਮਾਰਿਆ ਸੀ, 3 ਜਾਣੇ, ਉਹਦੇ 'ਚ 10 ਲੱਖ ਮਿਲਿਆ ਸੀ। ਇਸ ਕਰਕੇ ਸਾਰੀਆਂ ਜਦੋਂ ਜੱਜਮੈਂਟਾਂ ਸਿਰਫ ਡੈਥ ਕੇਸ 'ਚ 10 ਲੱਖ ਰੁਪਈਆ ਹੈਗਾ ਸੀ, ਅਦਰਵਾਈਜ਼ ਕਿਸੇ ਨੂੰ ਕੋਈ ਪੈਸਾ ਜਿਹੜਾ ਕਿਸੇ ਨੇ 50,000 ਤੋਂ ਵੱਧ ਜਿਹੜਾ ਫਾਲਸ ਇੰਪਲੀਕੇਸ਼ਨ ਜਿਹੜੀ ਝੂਠੇ ਕੇਸ 'ਚ ਫਸਾਉਣ ਦਾ 50,000 ਤੋਂ ਵੱਧ ਜੱਜਮੈਂਟ ਹੀ ਨਹੀਂ ਹੈਗੀ ਇੰਡੀਅਨ ਹਿਸਟਰੀ 'ਚ ਕੋਈ ਹੈਗੀ। ਅਤੇ ਸਾਨੂੰ ਲੱਗਦਾ ਵੀ ਇਹਦੀ ਪ੍ਰਾਪਤੀ ਜਿਹੜੀ ਹੈ ਨਾ ਉਹ ਇਹੋ ਹੀ ਆ, ਜਿਹੜੀ ਸੈਟਿਸਫੈਕਸ਼ਨ ਵੀ ਇਹੋ ਹੀ ਆ। ਪਰ ਅੱਜ ਇੱਕ ਜੱਜਮੈਂਟ ਆ ਗਈ ਵੀ 10 ਲੱਖ ਰੁਪਈਆ ਜੇ ਤੁਸੀਂ ਝੂਠਾ ਕੇਸ ਪਾਓਗੇ ਤਾਂ DGP ਦੀ ਕਾਰ ਵੀ ਗੁਰਕ ਹੋ ਸਕਦੀ ਹੈ। ਅਤੇ ਹੁਣ ਕੋਈ ਵੀ ਬੰਦਾ ਜਿਹਦੇ ਨਾਲ ਜਾਤੀ ਹੁੰਦੀ ਹੈ, ਉਹ ਜਦੋਂ ਨੈੱਟ 'ਤੇ ਕੱਢੂਗਾ, ਸਰਚ ਕਰੂਗਾ, ਉਹਨੂੰ ਇੱਕ ਜੱਜਮੈਂਟ ਲੱਭੂਗੀ ਵੀ ਮੈਂ ਆਹ ਜੱਜਮੈਂਟ ਦੇ ਕੋਈ ਕੋਰਟ 'ਚ ਅਤੇ ਉੱਥੋਂ ਕੰਪਨਸੇਸ਼ਨ ਲਵਾਂ। ਇਹ ਇੱਕ ਹਿਸਟਰੀ ਆ, ਇੱਕ ਲੈਸਨ ਵੀ ਆ ਸਟੇਟ ਲਈ ਵੀ ਆਪਾਂ ਗਲਤ ਕੰਮ ਨਹੀਂ ਕਰਨਾ ਚਾਹੀਦਾ। ਜੇ ਕੋਈ ਵੀ ਬੰਦਾ ਚਾਹਵੇ, ਆਮ ਬੰਦਾ ਵੀ ਚਾਹਵੇ, ਤਾਂ ਉਹ ਵੀ ਤੁਹਾਨੂੰ ਜਿਹੜਾ ਵਾ ਇਹ ਪੇ ਕਰਨਾ ਪਊਗਾ ਉਹਦੇ ਲਈ। 1984 ਅੱਗੇ ਹੁਣ 2021, ਕਿੰਨੇ ਸਾਲ ਲੱਗ ਗਏ ਇਸ ਲੜਾਈ ਨੂੰ ਲੜਦਿਆਂ? ਤੁਸੀਂ ਲਾ ਲਓ 16 ਸਾਲ ਉਹ ਆ ਅਤੇ 37 ਸਾਲ ਹੋ ਗਏ, ਠੀਕ ਹੈ। 37 ਸਾਲ ਦੀ ਲੜਾਈ ਹੈ, ਪਰ ਇਹਦੇ 'ਚ ਪ੍ਰਾਪਤੀਆਂ ਜਿਹੜੀਆਂ ਪਰਮਾਤਮਾ ਦੀ ਕਿਰਪਾ ਨਾਲ ਪ੍ਰਾਪਤੀਆਂ ਬਹੁਤ ਆ। ਸਭ ਤੋਂ ਵੱਡਾ ਕੇਸ ਮੋਸਟ ਐਕਸਪੈਂਸਿਵ ਇਨਵੈਸਟੀਗੇਸ਼ਨ ਵਰਲਡ ਦੀ ਉਹ ਹੈਗੀ ਹੈ ਕਨਿਸ਼ਕਾ ਬੰਬਿੰਗ। ਏਅਰ ਇੰਡੀਆ ਦਾ ਜਹਾਜ਼ ਹੀ ਜਿਹੜਾ 182, ਉਹ ਜਿਹੜਾ ਜੂਨ 1985 'ਚ ਜਿਹੜਾ ਵਾ ਉਹ ਬਲਾਸਟ ਹੋ ਗਿਆ ਸੀ। ਅਤੇ ਪਰਮਾਤਮਾ ਦੀ ਕਿਰਪਾ ਵਾ ਵੀ ਜਿਹੜੀ
ਉਹਨੇ ਜਿਹੜੀ ਸਾਨੂੰ ਸਮਝ ਦਿੱਤੀ, ਉਹਦੇ ਹਿਸਾਬ ਨਾਲ ਜਿਹੜੀ ਇਨਵੈਸਟੀਗੇਸ਼ਨ ਕਰਦੇ ਆ ਆਪਣੇ ਕੇਸਾਂ ਦੀ, ਵੀ ਕੈਨੇਡਾ ਗੌਰਮੈਂਟ ਨੇ ਸਾਨੂੰ ਸੱਦਿਆ ਆਪਣੇ ਖਰਚੇ ਤੇ ਉਹਨਾਂ ਦਾ ਕੇਸ ਵੀ ਸੋਲਵ ਕਰਕੇ ਆਏ। ਹਾਲੇ ਕਿ ਉਹ ਕੇਸ ਦੇ ਵਿੱਚ ਜਿਹੜਾ ਜਦੋਂ ਨਾ ਕੁਝ ਆ ਗਏ ਜਿਹੜੇ ਗੌਰਮੈਂਟ ਏਜੰਸੀਆਂ ਦੇ ਨਾਲ ਸਾਡੇ ਸੋ ਕਾਲਡ ਖਾਲਿਸਤਾਨੀ ਜਿਹੜੇ ਆ ਉਹਨਾਂ ਦੇ ਨਾਂ ਜਦੋਂ ਜੁੜ ਗਏ ਅਤੇ ਉਹਦੇ ਕਰਕੇ ਜਿਹੜੀ ਉਹ ਕੇਸ ਹਾਲੇ ਵੀ ਜਿਹੜਾ ਵਾ ਉਹ ਦਬਾ ਕੇ ਰੱਖਿਆ ਗਿਆ। ਅਤੇ ਇਹ ਤੁਹਾਡੀ ਵੱਡੀ ਪ੍ਰਾਪਤੀ ਹੁੰਦੀ ਵੀ ਤੁਸੀਂ ਜਿਹੜਾ ਵਾ ਕੈਨੇਡਾ ਗੌਰਮੈਂਟ ਤੁਹਾਨੂੰ ਆਪਣੇ ਕੇਸ ਲਈ ਸੱਦਣ ਦਾ ਹੀ ਹੋਵੇ ਅਤੇ ਉਹਨਾਂ ਦਾ ਇੰਨਾ ਖਰਚਾ ਹੋ ਜਾਏ ਅਤੇ ਉਹ ਬਿਲਕੁਲ ਫੇਲ ਹੋ ਜਾਣ ਅਤੇ ਤੁਸੀਂ ਜਿਹੜਾ ਬਗੈਰ ਪੈਸੇ ਤੋਂ ਜਿਹੜਾ ਕੇਸ ਸੋਲਵ ਕਰ ਦਿਓ। ਤਲਵਿੰਦਰ ਸਿੰਘ ਪਰਮਾਰ ਜਿਹੜਾ ਵਾ ਉਹ ਇੰਡੀਆ 'ਚ ਆ ਕੇ ਇਹਨਾਂ ਨੇ ਉਹਨੂੰ ਚੱਕ ਕੇ ਫਿਰ ਉਹਨੂੰ ਮਾਰਤਾ ਸੀ ਕਈ ਦਿਨ ਰੱਖ ਕੇ। ਉਹਦੀ ਪੁੱਛਗਿੱਛ 'ਚ ਕਈ ਚੀਜ਼ਾਂ ਸਾਹਮਣੇ ਆਈਆਂ ਸੀ ਜਿਹਦੇ ਵਿੱਚ ਇਹ ਵੀ ਨਾਂ ਸਾਹਮਣੇ ਆਏ ਸੀ ਵੀ ਐਲ ਸਿੰਘ ਕਿਸੇ ਨਾਂ ਦੇ ਟਿਕਟ ਆ ਅਤੇ ਐਮ ਸਿੰਘ ਕਿਸੇ ਨਾਂ ਦੀ ਟਿਕਟ ਬੁੱਕ ਹੋਈ ਸੀ ਜਿਹਦੇ ਲਗਜ ਜਿਹੜਾ ਉਹਨਾਂ ਨੇ ਭੇਜ ਕੇ ਜਹਾਜ਼ 'ਤੇ ਬਲਾਸਟ ਕੀਤੇ ਸੀ। ਉਹ ਸਾਰਾ ਐਵੀਡੈਂਸ ਜਿਹੜਾ ਇਹ ਮਤਲਬ ਇਹ ਪਰਮਾਤਮਾ ਦੀ ਕਿਰਪਾ ਨਾਲ ਹੀ ਹੁੰਦਾ। ਕਿਡਨੀ ਸਕੈਮ ਤੁਸੀਂ ਅੰਮ੍ਰਿਤਸਰ 'ਚ ਵੇਖਿਆ ਹੋਊਗਾ, ਸਿਟੀ ਕੇਬਲ ਸੈਕਸ ਸਕੈਮ ਜਿਹਦੇ 'ਚ ਅੰਮ੍ਰਿਤਸਰ ਦਾ ਮੇਅਰ ਅਤੇ ਵੱਡੇ ਵੱਡੇ ਜਿਹੜੇ GTV ਦੇ ਅਤੇ ਸਟਾਰ TV ਦੇ ਜਿਹੜੇ ਬੰਦੇ ਆ ਉਹ ਅਰੈਸਟ ਹੋ ਗਏ ਸੀ। ਤੁਸੀਂ ਉਹ ਵੀ ਕੇਸ ਸਾਡਾ ਇਨਵੈਸਟੀਗੇਟ ਕੀਤਾ ਸੀ। ਜਿਹੜਾ ਅਕਾਲੀਆਂ ਦੀਆਂ ਜਿੰਨੀਆਂ ਬ੍ਰਹਮਪੁਰੇ ਦੀ ਬਾਦਲਾਂ ਦੀਆਂ ਪ੍ਰੋਪਰਟੀਆਂ ਦਾ ਸਾਡਾ ਜਿਹੜਾ ਕੱਢੇ ਸੀ ਉਹ ਵੀ ਅਸੀਂ ਕੱਢੇ ਸੀ ਜਦੋਂ ਇਹਨਾਂ ਨੇ ਪਹਿਲੀ ਵਾਰੀ ਸਰਕਾਰ 97 ਤੋਂ 2002 'ਚ ਬਣਾਈ ਸੀ। ਫਿਰ ਉਸ ਤੋਂ ਬਾਅਦ ਤੁਹਾਨੂੰ ਪਰਮਜੀਤ ਢਾਡੀ ਵਾਲਾ ਕੇਸ ਯਾਦ ਹੋਊਗਾ ਜਦੋਂ ਕੈਪਟਨ ਅਮਰਿੰਦਰ ਤੇ ਨਾਲ ਰਲ ਕੇ ਤੇ ਇੱਕ ਪਲੈਨਿੰਗ ਬਣਾਈ ਵੀ ਇਲੈਕਸ਼ਨ 'ਚ ਬਲਾਸਟ ਕਰਾਓ ਵੀ ਉਹ ਵੀ ਕੇਸ ਜਿਹੜਾ ਪਰਮਾਤਮਾ ਵੱਲੋਂ ਅਸੀਂ ਸਾਰਾ ਉਹ ਲਗਭਗ ਜਿਹੜੇ ਫ੍ਰੀ ਵਾਲੇ ਬਹੁਤ ਸਾਰੇ ਇੱਦਾਂ ਦੇ ਕੇਸ ਲੜੇ ਨੇ ਜਿਹੜੇ ਸਮਾਜਿਕ ਤੌਰ ਦੇ ਉੱਤੇ। ਹਾਲਾਂਕਿ ਹਰ ਕੇਸ ਕਿਸੇ ਨਾ ਕਿਸੇ ਸ਼ਖਸ ਦੇ ਨਾਲ ਜੁੜਿਆ ਹੁੰਦਾ ਵੀ ਬਹੁਤ ਸਾਰੇ ਕੇਸ ਇੱਦਾਂ ਦੇ ਲੜੇ ਨੇ ਜਿਹੜੇ ਸਿੱਧੇ ਸਰਕਾਰਾਂ ਦੇ ਨਾਲ ਟੱਕਰ ਸੀ। ਵੇਰਕਾ ਸਾਹਿਬ, ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਆਸ ਕਰਦੇ ਹਾਂ ਵੀ ਤੁਸੀਂ ਇਸੇ ਤਰੀਕੇ ਦੇ ਨਾਲ ਆਪਣੀ ਜਿਹੜੀ ਵਕਾਲਤ ਜਾਰੀ ਰੱਖੋ ਔਰ ਉਹਨਾਂ ਲੋਕਾਂ ਦਾ ਸਹਾਰਾ ਕਾਨੂੰਨ ਤੌਰ ਦੇ ਉੱਤੇ ਬਣਦੇ ਰਹੋ, ਉਹਨਾਂ ਨੂੰ ਮਦਦ ਕਾਨੂੰਨੀ ਜਿਹੜੀ ਦਿੰਦੇ ਰਹੋ ਜਿਹੜੇ ਲੋਕਾਂ ਨੂੰ ਕਈ ਵਾਰ ਜਾਤੀਆਂ ਦਾ ਸ਼ਿਕਾਰ ਹੋਣਾ ਪੈਂਦਾ ਸੀ। ਤਾਂ ਇਹ ਸਨ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਜਿਨ੍ਹਾਂ ਦੇ ਵੱਲੋਂ ਆਪਣੀ ਜਿਹੜੀ ਇਨਸਾਫ ਦੀ ਜੰਗ ਕਿਸ ਤਰੀਕੇ ਦੇ ਨਾਲ ਲੜੀ ਸਰਕਾਰ ਦੇ ਨਾਲ, ਪੁਲਿਸ ਦੇ ਵੱਡੇ ਵੱਡੇ ਅਫਸਰਾਂ ਦੇ ਨਾਲ ਔਰ ਅੱਜ ਉਸ ਕੇਸ ਦੇ ਵਿੱਚ ਕਿਵੇਂ ਜਿੱਤ ਦਰਜ ਕੀਤੀ ਹੈ। ਕੁਝ ਦਿਨਾਂ ਦੇ ਵਿੱਚ ਹੀ ਹੁਣ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਉਹਨਾਂ ਨੂੰ ਕੰਪਨਸੇਸ਼ਨ ਦੀ ਰਾਸ਼ੀ ਮਿਲਣ ਜਾ ਰਹੀ ਹੈ। ਗੱਲ ਸਿਰਫ ਇੱਥੇ ਕੰਪਨਸੇਸ਼ਨ ਰਾਸ਼ੀ ਦੀ ਨਹੀਂ ਹੈ, ਪੈਸਿਆਂ ਦੀ ਨਹੀਂ ਹੈ, ਗੱਲ ਸਿਰਫ ਇੱਥੇ ਇਨਸਾਫ ਦੀ ਹੈ, ਹੱਕ ਤੇ ਸੱਚ ਦੀ ਲੜਾਈ ਦੀ ਹੈ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਅੰਮ੍ਰਿਤਸਰ।